ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਸਾਧ ਸੰਗਤ ਜੀ, ਗੁਰਫਤਿਹ ਦੀ ਸਾਂਝ ਪਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਤਾਰ ਪਾਤਸ਼ਾਹ ਨੇ ਆਪਾਂ ਸਾਰਿਆਂ ਤੇ ਅਪਾਰ ਕਿਰਪਾ ਕੀਤੀ, ਰਹਿਮਤ ਕੀਤੀ ਹੈ, ਜੋ ਆਪਾਂ ਨੂੰ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਮਹਾਂਪੁਰਸ਼ਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਆਪਾਂ ਸਰਵਣ ਕਰਦੇ ਆ ਰਹੇ ਹਾਂ। ਗੁਰਮੁਖ ਜਨ, ਸੰਤ ਜਨ, ਬ੍ਰਹਮ ਗਿਆਨੀ, ਸਾਧੂ, ਮਹਾਤਮਾ ਭਾਈ ਗੁਰਦਾਸ ਜੀ ਨੂੰ ਪੁੱਛ ਕੇ ਵੇਖੀਏ ਵੀ ਇਹ ਅਵਸਥਾ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ, ਇਸ ਅਵਸਥਾ ਤੇ ਕੌਣ ਪਹੁੰਚਦੇ ਨੇ। ਬੜਾ ਸੁੰਦਰ ਇੱਕ ਸਵਈਆ ਭਾਈ ਗੁਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਭਾਈ ਗੁਰਦਾਸ ਜੀ ਨੇ ਕੁਛ ਮਿਸਾਲਾਂ ਦਿੱਤੀਆਂ ਨੇ, ਉਦਾਹਰਣਾਂ ਦਿੱਤੀਆਂ ਨੇ। ਕਹਿੰਦੇ ਜਿਸ ਤਰ੍ਹਾਂ ਦੀਵਾ ਬਲਦਾ ਸਾਰਿਆਂ ਨੂੰ ਪ੍ਰਕਾਸ਼ ਦਿੰਦਾ ਹੈ, ਪਰ ਕਹਿੰਦੇ ਕਦੇ ਵਿਚਾਰ ਕਰੋ ਵੀ ਉਹ ਦੀਵੇ ਦੀ ਪ੍ਰਕਾਸ਼ ਦੇਣ ਤੱਕ ਦੀ ਜਿਹੜੀ ਯਾਤਰਾ ਹੈ ਉਹ ਕਿਵੇਂ ਦੀ ਹੈ, ਕਿੰਨੀਆਂ ਔਕੜਾਂ ਝੱਲ ਕੇ ਉੱਥੇ ਤੱਕ ਪਹੁੰਚਿਆ ਹੈ, ਕਿੰਨੀ ਮੁਸ਼ੱਕਤ ਤੋਂ ਬਾਅਦ ਉੱਥੇ ਤੱਕ ਪੁੱਜਿਆ ਹੈ, ਦੂਜਿਆਂ ਨੂੰ ਪ੍ਰਕਾਸ਼ ਦੇਣ ਯੋਗ ਕਦੋਂ ਹੋਇਆ ਹੈ। ਬੜਾ ਸੁੰਦਰ ਵਚਨ ਹੈ ਜੀ। ਕਹਿੰਦੇ ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟ ਕੈ, ਤਾਂ ਤੇ ਹੋਏ ਦੀਪਕ ਜਰਾਏ ਉਜਿਆਰੋ ਜੀ। ਭਾਈ ਗੁਰਦਾਸ ਜੀ ਕਹਿੰਦੇ ਨੇ ਬੜੇ ਯਤਨਾਂ ਦੇ ਨਾਲ ਤਿਲਾਂ ਨੂੰ ਪੀੜ ਕੇ ਤੇਲ ਕੱਢਦੇ ਨੇ, ਤੇਲ ਕੱਢਣ ਵਾਲੇ, ਕੋਲੂ ਵਾਲੇ। ਫਿਰ ਉਸ ਤੋਂ ਦੀਵਾ ਜਗਾਇਆ ਜਾਂਦਾ, ਚਾਨਣਾ ਹੁੰਦਾ ਉਹਦੇ ਨਾਲ। ਤੋ ਹੁਣ ਕਹਿੰਦੇ ਉਹ ਚਾਨਣਾ ਸਭ ਨੂੰ ਪ੍ਰਕਾਸ਼ ਦੇ ਰਿਹਾ ਹੈ, ਚੰਗਾ ਲੱਗ ਰਿਹਾ ਹੈ, ਅੰਧਕਾਰ ਦੂਰ ਹੋ ਰਿਹਾ ਹੈ। ਪਰ ਕਹਿੰਦੇ ਉਹਨਾਂ ਤਿਲਾਂ ਨੂੰ ਪੁੱਛ ਕੇ ਵੇਖੋ, ਜਾਂ ਜਿਹਦਾ ਤੇਲ ਬਣਿਆ ਉਹਨਾਂ ਬੀਜਾਂ ਨੂੰ ਪੁੱਛ ਕੇ ਵੇਖੋ, ਜਿਨ੍ਹਾਂ ਨੂੰ ਕੋਲੂ ਦੇ ਵਿੱਚ ਹੀ ਆਪਣਾ ਆਪ ਡੁਬਾਉਣਾ ਪਿਆ ਹੈ, ਕੋਲੂ ਦੇ ਵਿੱਚ ਹੀ ਆਪਣਾ ਆਪ ਕੁਰਬਾਨ ਕਰਨਾ ਪਿਆ ਜਿਨ੍ਹਾਂ ਨੂੰ। ਦੂਸਰੀ ਉਦਾਹਰਣ ਉਹਨਾਂ ਨੇ ਦਿੱਤੀ ਹੈ ਜੀ ਸਰੰਗੀ ਦੀ। ਕਹਿੰਦੇ ਜੈਸੇ ਰੋਮ ਰੋਮ ਕਰ ਕਾਟਿਏ ਅਜਾ ਕੋ ਤਨ, ਤਾਂ ਕੀ ਤਾਤ ਵਾਜੈ ਰਾਗ ਰਾਗਨੀ ਸੋ ਪਿਆਰੋ ਜੀ। ਰਾਗਾਂ ਦੇ ਨਾਲ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ, ਸਾਜ਼ਾਂ ਦੇ ਨਾਲ ਪਿਆਰ ਕਰਨ ਵਾਲੇ ਜਿਹੜੇ ਲੋਕ ਨੇ, ਉਹ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਨੇ ਕਿ ਜੋ ਸਰੰਗੀ ਹੈ ਜਾਂ ਜਿਹੜੇ ਇਹੋ ਜਿਹੇ ਸਾਜ਼ ਨੇ, ਉਹਨਾਂ ਦੀ ਜਿਹੜੀ ਤੰਦੀ ਹੈ ਉਹ ਕਾਹਦੀ ਬਣਦੀ ਹੈ। ਉਹ ਬੱਕਰੇ ਦੇ ਸਰੀਰ ਦੀਆਂ ਜਿਹੜੀਆਂ ਆਂਦਰਾਂ ਹੁੰਦੀਆਂ ਨੇ ਉਹਨਾਂ ਦੀ ਤੰਦੀ ਬਣਦੀ ਹੈ। ਹੁਣ ਜਿੰਨਾ ਚਿਰ ਤੱਕ ਬੱਕਰੇ ਨੇ ਆਪਣਾ ਆਪ ਕੁਰਬਾਨ ਨਹੀਂ ਕੀਤਾ, ਆਪਣਾ ਆਪ ਖਤਮ ਨਹੀਂ ਕੀਤਾ,
ਉਨਾ ਚਿਰ ਤੱਕ ਉਹ ਤੰਦੀ ਨਹੀਂ ਬਣ ਸਕਦੀ। ਤੇ ਤੰਦੀ ਬਣਿਆ ਤੋਂ ਬਿਨਾਂ ਉਹ ਰਾਗ ਸੁਣਾਉਣ ਯੋਗ ਨਹੀਂ ਹੋ ਸਕਦੀ। ਹੁਣ ਰਾਗ ਤਾਂ ਸਭ ਨੂੰ ਚੰਗਾ ਲੱਗਦਾ ਹੈ, ਰਾਗ ਸਭ ਨੂੰ ਪਿਆਰਾ ਲੱਗਦਾ ਹੈ, ਪਰ ਉਸ ਜਾਨਵਰ ਨੂੰ, ਉਸ ਪਸ਼ੂ ਨੂੰ ਪੁੱਛ ਕੇ ਵੇਖੋ, ਉਸ ਬੱਕਰੇ ਨੂੰ ਪੁੱਛ ਕੇ ਵੇਖੋ, ਜਿਹਨੇ ਆਪਣਾ ਆਪ ਕਟਾਇਆ ਹੈ, ਆਪਣਾ ਆਪ ਕੁਰਬਾਨ ਕੀਤਾ ਹੈ। ਤੀਸਰੀ ਉਦਾਹਰਣ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਤੋ ਉਟਾਏ ਦਰਪਨ ਕੀਜੈ ਲੋਸਟ ਸੇਤੀ, ਤਾਂ ਤੇ ਕਰ ਗਏ ਹੈ ਮੁਖ ਦੇਖਤ ਸੰਸਾਰੋ ਜੀ। ਇੱਕ ਵਿਸ਼ੇਸ਼ ਪ੍ਰਕਾਰ ਦੀ ਰੇਤ ਮਿੱਟੀ ਪਿਘਲਾ ਕੇ ਸ਼ੀਸ਼ਾ ਬਣਦਾ ਹੈ। ਬੜੇ ਉੱਚ ਤਾਪਮਾਨ ਤੇ ਹਾਈ ਟੈਂਪਰੇਚਰ ਤੇ ਉਸ ਮਿੱਟੀ ਨੂੰ ਪਿਘਲਾਇਆ ਜਾਂਦਾ ਹੈ, ਜਿਸ ਦਾ ਸ਼ੀਸ਼ਾ ਬਣਦਾ ਹੈ। ਹੁਣ ਉਸ ਬਣੇ ਹੋਏ ਸ਼ੀਸ਼ੇ ਦੇ ਵਿੱਚ ਮੁੱਖ ਤਾਂ ਸਾਰੇ ਵੇਖਦੇ ਨੇ, ਸਾਰਿਆਂ ਨੂੰ ਸ਼ੀਸ਼ਾ ਚੰਗਾ ਲੱਗਦਾ ਹੈ, ਪਰ ਕਹਿੰਦੇ ਉਸ ਮਿੱਟੀ ਨੇ, ਉਸ ਰੇਤ ਨੇ ਕਿੰਨਾ ਟੈਂਪਰੇਚਰ ਸਹਿਆ ਹੈ, ਕਿੰਨੀ ਤਕਲੀਫ ਝੱਲੀ ਹੈ, ਇਹ ਤਾਂ ਉਹੀ ਜਾਣਦਾ ਹੈ। ਹੁਣ ਅਖੀਰਲੀ ਪੰਕਤੀ 'ਚ ਭਾਈ ਗੁਰਦਾਸ ਜੀ ਕਹਿੰਦੇ, ਤੈਸੇ ਦੁਖ ਭੂਖ ਸੁਧ ਸਾਧਨਾ ਕੈ ਸਾਧ ਭਏ, ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ। ਰੱਬ ਦੇ ਪਿਆਰੇ ਸੰਤ ਜਨ ਐਵੇਂ ਨਹੀਂ ਸੰਸਾਰ ਦਾ ਭਲਾ ਕਰਨ ਯੋਗ ਬਣ ਗਏ, ਐਵੇਂ ਨਹੀਂ ਉਹਨਾਂ ਅਵਸਥਾਵਾਂ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ। ਕਹਿੰਦੇ ਅਨੇਕਾਂ ਤਰ੍ਹਾਂ ਦੇ ਦੁੱਖ ਝੱਲੇ, ਅਨੇਕਾਂ ਤਰ੍ਹਾਂ ਦੀ ਭੁੱਖ ਝੱਲੀ, ਅਨੇਕਾਂ ਤਰ੍ਹਾਂ ਦੇ ਕਸ਼ਟ ਝੱਲੇ, ਫੇਰ ਜਾ ਕੇ ਕੋਈ ਅਵਸਥਾ ਪ੍ਰਾਪਤ ਹੋਈ, ਫੇਰ ਜਾ ਕੇ ਕਿਸੇ ਅਵਸਥਾ ਤੇ ਪਹੁੰਚੇ। ਤੋ ਆਪ ਜੀ ਮਹਾਂਪੁਰਖਾਂ ਦਾ ਜੀਵਨ, ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਸਾਹਿਬ ਜੀ ਦਾ ਸਰਵਣ ਕਰਦੇ ਆ ਰਹੇ ਹੋ ਵੀ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਤਤਿਕਸ਼ਾ, ਤਪੱਸਿਆ, ਘਾਲਣਾ ਘਾਲੀ, ਕਿੰਨੇ ਤਰ੍ਹਾਂ ਦੀਆਂ ਤਕਲੀਫਾਂ, ਕਿੰਨੇ ਤਰ੍ਹਾਂ ਦੇ ਦੁੱਖ ਝੱਲੇ, ਪਰ ਉਹਨਾਂ ਨੇ ਬਿਲਕੁਲ ਵੀ ਆਪਣੇ ਸਰੀਰ ਦੇ ਸੁੱਖਾਂ ਦੀ ਪਰਵਾਹ ਨਹੀਂ ਕੀਤੀ। ਐਡੀ ਉੱਚੀ ਅਵਸਥਾ ਨੂੰ ਐਵੇਂ ਹੀ ਨਹੀਂ ਪ੍ਰਾਪਤ ਕੀਤਾ ਮਹਾਂਪੁਰਖਾਂ ਨੇ, ਬੇਅੰਤ ਸਾਧਨਾ ਕੀਤੀ, ਬੇਅੰਤ ਸਾਧਨਾ। ਤੇ ਮਹਾਂਪੁਰਖਾਂ ਦਾ ਦਰਜਾ ਵੀ ਇਸੇ ਕਰਕੇ ਬੜਾ ਮਹਾਨ ਹੈ। ਇੱਕ ਸਮਾਂ ਸੀ ਜਦੋਂ ਹਰਖੋਵਾਲ ਸਾਹਿਬ ਡੇਰੇ ਵਿੱਚ 5 ਬ੍ਰਹਮ ਗਿਆਨੀ ਮਹਾਂਪੁਰਖ ਰਿਹਾ ਕਰਦੇ ਸੀ। ਐਵੇਂ ਨਹੀਂ ਅਸਥਾਨ ਦਾ ਨਾਮ ਸੰਤਗੜ੍ਹ ਰੱਖਿਆ ਗਿਆ। 5 ਬ੍ਰਹਮ ਗਿਆਨੀ ਮਹਾਂਪੁਰਖ। ਬਾਣੀ ਦਾ ਅਟਲ ਹੁਕਮ ਹੈ, ਜਿਸ ਧਰਤੀ ਤੇ ਇੱਕ ਪੂਰਨ ਪੁਰਖ ਚਰਨ ਰੱਖ ਦੇਵੇ, ਉਹ ਧਰਤੀ ਤੀਰਥ ਬਣ ਜਾਂਦੀ ਹੈ। ਜਿੱਥੇ ਬੈਠ ਕੇ ਸਿਮਰਨ ਕਰਨ, ਉਹ ਸੱਚਖੰਡ ਬੈਕੁੰਠ ਬਣ ਜਾਂਦਾ ਹੈ। ਬਾਣੀ ਦਾ ਫਰਮਾਨ ਹੈ ਜੀ, 68 ਤੀਰਥ ਜਹ ਸਾਧ ਪਗ ਧਰਹਿ, ਤਹ ਬੈਕੁੰਠ ਜਹ ਨਾਮ ਉਚਰਹਿ। ਜਿੰਨੇ ਵੀ ਤੀਰਥ ਨੇ, ਕਿਸੇ ਤੀਰਥ ਨੇ ਸੰਤ ਪੈਦਾ ਨਹੀਂ ਕੀਤਾ, ਪਰ ਸੰਤਾਂ ਨੇ ਜਿੱਥੇ ਚਰਨ ਰੱਖ ਦਿੱਤੇ ਉੱਥੇ ਤੀਰਥ ਬਣ ਗਏ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਜਿੱਥੇ ਸਾਧੂਆਂ ਦੀ ਸੰਗਤ ਜੁੜ ਕੇ ਬੈਠ ਗਈ, ਸਾਧੂ ਬੈਠ ਗਏ ਜਿੱਥੇ, ਉਹ ਧਰਤੀ ਬੈਕੁੰਠ ਬਣ ਗਈ। ਮਹਾਰਾਜ ਗੌੜੀ ਦੀ ਵਾਰ ਦੇ ਵਿੱਚ ਬਚਨ ਕਰਦੇ, ਨਾਨਕ ਧੂੜ ਪਨੀਤ ਸਾਧ ਲੱਖ ਕੋਟ ਪਿਰਾਗੇ। ਪ੍ਰਯਾਗਰਾਜ ਵਰਗੇ ਤੀਰਥ ਕੀ ਮੁਕਾਬਲਾ ਕਰ ਲੈਣਗੇ। ਕਹਿੰਦੇ ਲੱਖਾਂ ਪ੍ਰਯਾਗਰਾਜ ਦੇ ਤੀਰਥਾਂ ਦਾ ਪੁੰਨ ਤੇ ਰੱਬ ਦੇ ਪਿਆਰੇ ਸੰਤਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰਨ ਦਾ ਪੁੰਨ ਇੱਕ ਬਰਾਬਰ ਹੈ। ਹਰ ਜਨ ਰਾਮ 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 ਧਿਆਏ, ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠਹਿ ਪਾਏ। ਜਿਉ ਚੰਦਨ ਨਿਕਟ ਵਸੈ ਹਿਰਡ ਬਪੜਾ, ਤਿਉ ਸਤ ਸੰਗਤ ਮਿਲ ਪਤਤ ਪ੍ਰਵਾਨ। ਸਾਧੂਆਂ ਦੀ ਸੰਗਤ ਦੇ ਨਾਲ ਮਿਲ ਕੇ ਪਤਤ ਲੋਕ, ਪਾਪੀ ਲੋਕ, ਵਿਕਾਰੀ ਲੋਕ, ਉਹਨਾਂ ਦਾ ਵੀ ਜੀਵਨ ਉੱਚਾ ਸੁੱਚਾ ਬਣ ਜਾਂਦਾ ਹੈ। ਇੱਕ ਸਾਖੀ ਬੜੀ ਮਹਾਨ ਸਿੱਖਿਆਦਾਇਕ ਬਚਨ ਆਉਂਦੇ ਨੇ। ਕਹਿੰਦੇ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਿਸੇ ਸਮੇਂ ਪੁੱਛਿਆ ਕਿਸੇ ਜਗਿਆਸੂ ਨੇ
ਮਹਾਰਾਜ ਜੀ ਸੰਤਾਂ ਦੀ ਸਾਧੂਆਂ ਦੀ ਸੰਗਤ ਦਾ ਕੀ ਫਲ ਹੁੰਦਾ ਹੈ। ਤੇ ਹਜੂਰ ਕਹਿਣ ਲੱਗੇ, ਕਹਿੰਦੇ ਭਾਈ ਐਂ ਕਰੀ, ਕੱਲ ਨੂੰ ਫਲਾਨੀ ਜਗ੍ਹਾ ਜਾਈ, ਇੱਕ ਤਲਾਬ ਹੈ, ਉਸ ਦੇ ਕੰਢੇ ਤੇ ਇੱਕ ਰੁੱਖ ਹੈ, ਉਸ ਰੁੱਖ ਦੇ ਹੇਠਾਂ ਜਿਹੜਾ ਤੈਨੂੰ ਕੋਈ ਬੈਠਾ ਮਿਲੇਗਾ, ਉਸ ਦੇ ਕੋਲੋਂ ਜਾ ਕੇ ਪੁੱਛੀ ਵੀ ਸੰਤਾਂ ਦੀ ਸੰਗਤ ਦਾ ਕੀ ਫਲ ਹੈ, ਪਤਾ ਲੱਗੇਗਾ ਤੈਨੂੰ। ਬਚਨ ਮੰਨ ਕੇ ਗਿਆ ਉਹ, ਤਾਂ ਜਾ ਕੇ ਕੀ ਦੇਖਦਾ ਹੈ, ਉੱਥੇ ਕਾਵਾਂ ਦਾ ਜੋੜਾ ਬੈਠਾ ਹੈ। ਹੁਣ ਕਾਵਾਂ ਨੂੰ ਕੀ ਸਵਾਲ ਪੁੱਛੇ, ਵਾਪਸ ਆ ਗਿਆ। ਮਹਾਰਾਜ ਉੱਥੇ ਤੇ ਕੋਈ ਮਨੁੱਖ ਨਹੀਂ ਸੀ ਬੈਠਾ, ਉੱਥੇ ਤੇ ਕਾਵਾਂ ਦਾ ਜੋੜਾ ਸੀ। ਮਾਰੇ ਕਹਿੰਦੇ ਕੱਲ ਨੂੰ ਜਾਈਂ। ਅਗਲੇ ਦਿਨ ਫੇਰ ਚਲਿਆ ਗਿਆ ਜੀ। ਹੁਣ ਜਿੱਥੇ ਕਾਵਾਂ ਦਾ ਜੋੜਾ ਬੈਠਾ ਸੀ, ਉੱਥੇ ਬਗਲਿਆਂ ਦਾ ਜੋੜਾ ਬੈਠਾ ਹੈ। ਉਹਨਾਂ ਨੂੰ ਕੀ ਸਵਾਲ ਪੁੱਛੇ, ਫਿਰ ਵਾਪਸ ਆ ਗਿਆ। ਹਜ਼ੂਰ ਉੱਥੇ ਕੋਈ ਮਨੁੱਖ ਨਹੀਂ ਸੀ ਬੈਠਾ, ਉੱਥੇ ਬਗਲਿਆਂ ਦਾ ਜੋੜਾ ਸੀ। ਮਾਰੇ ਕਹਿੰਦੇ ਕੱਲ ਨੂੰ ਜਾਈਂ। ਤੀਸਰੇ ਦਿਨ ਗਿਆ ਬਚਨ ਮੰਨ ਕੇ, ਜਾ ਕੇ ਕੀ ਦੇਖਦਾ ਹੈ, ਜਿੱਥੇ ਮਹਾਰਾਜ ਜੀ ਨੇ ਕਿਹਾ ਸੀ ਉੱਥੇ ਹੰਸਾਂ ਦਾ ਜੋੜਾ ਬੈਠਾ ਹੈ। ਫਿਰ ਵਾਪਸ ਆ ਗਿਆ। ਹਜ਼ੂਰ ਉੱਥੇ ਕੋਈ ਮਨੁੱਖ ਨਹੀਂ ਸੀ ਬੈਠਾ, ਉੱਥੇ ਹੰਸਾਂ ਦਾ ਜੋੜਾ ਸੀ। ਚੰਗਾ ਬਈ ਕੱਲ ਨੂੰ ਜਾਈਂ। ਚੌਥੇ ਦਿਨ ਗਿਆ। ਹੁਣ ਜਿੱਥੇ ਹੰਸਾਂ ਦਾ ਜੋੜਾ ਸੀ, ਪਹਿਲੇ ਦਿਨ ਕਾਵਾਂ ਦਾ ਸੀ, ਉਦੋਂ ਅਗਲੇ ਦਿਨ ਬਗਲਿਆਂ ਦਾ ਸੀ, ਫਿਰ ਹੰਸਾਂ ਦਾ ਜੋੜਾ ਸੀ। ਹੁਣ ਅੱਜ ਉੱਥੇ ਦੋ ਮਨੁੱਖ ਬੈਠੇ ਨੇ, ਇੱਕ ਇਸਤਰੀ ਹੈ, ਇੱਕ ਪੁਰਸ਼ ਹੈ। ਇਨ ਜਾ ਕੇ ਨਿਮਰਤਾ ਦੇ ਨਾਲ ਉਹਨਾਂ ਨੂੰ ਸਤਿਕਰਤਾਰ ਆਖਿਆ, ਪੁੱਛਿਆ, ਐ ਪ੍ਰੇਮੀਓ, ਮੈਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਭੇਜਿਆ ਹੈ ਇਹ ਪੁੱਛਣ ਵਾਸਤੇ ਵੀ ਸੰਤਾਂ ਦੇ ਸੰਗਤ ਕਰਨ ਦਾ ਕੀ ਫਲ ਹੈ, ਸੰਤਾਂ ਦੀ ਸੰਗਤ ਕਰਨ ਦਾ ਕੀ ਲਾਭ ਹੈ। ਉਹ ਕਹਿਣ ਲੱਗੇ, ਪ੍ਰੇਮੀਆਂ, ਤੈਨੂੰ ਅਜੇ ਤਾਈਂ ਸੰਤਾਂ ਦੀ ਸੰਗਤ ਕਰਨ ਦਾ ਫਲ ਪਤਾ ਨਹੀਂ ਲੱਗਿਆ। ਕਹਿੰਦੇ ਨਾ। ਕਹਿੰਦੇ ਸੰਤਾਂ ਦੀ ਸੰਗਤ ਕਰਨ ਦਾ ਫਲ ਤਾਂ ਅਸੀਂ ਕੀ ਕਹਿ ਸਕਦੇ ਹਾਂ, ਸੰਤਾਂ ਦੇ ਤਾਂ ਦਰਸ਼ਨ ਕਰਨ ਦਾ ਵੀ ਬੜਾ ਮਹਾਨ ਫਲ ਹੈ। ਕਹਿੰਦੇ ਦਰਸ਼ਨ ਕਰਨ ਦਾ ਵੀ ਬੜਾ ਮਹਾਨ ਫਲ ਕਹਿੰਦੇ ਹਾਂ। ਕਹਿੰਦੇ ਤੂੰ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਉਂਦਾ ਸੈਂ, ਇੱਥੇ ਸਾਡੇ ਕੋਲ ਆਇਆ, ਪਹਿਲੇ ਦਿਨ ਆਇਆ ਅਸੀਂ ਕਾਵਾਂ ਦੇ ਰੂਪ ਵਿੱਚ ਬੈਠੇ ਸੀ, ਦੂਜੇ ਦਿਨ ਤੂੰ ਆਇਆ ਅਸੀਂ ਬਗਲਿਆਂ ਦੇ ਰੂਪ ਵਿੱਚ ਬੈਠੇ ਸੀ, ਅਸੀਂ ਹੀ ਸੀ ਉਹ, ਤੀਜੇ ਦਿਨ ਸਾਡਾ ਹੰਸਾਂ ਵਾਲਾ ਰੂਪ ਹੋ ਗਿਆ, ਫਿਰ ਅਸੀਂ ਮਨੁੱਖਾਂ ਦੇ ਰੂਪ ਵਿੱਚ ਆ ਗਏ। ਹੁਣ ਅੱਜ ਅਸੀਂ ਤੇਰਾ ਦਰਸ਼ਨ ਕੀਤਾ, ਅੱਜ ਅਸੀਂ ਦੇਵਤਿਆਂ ਦਾ ਰੂਪ ਧਾਰ ਕੇ ਸਵਰਗ ਨੂੰ ਜਾ ਰਹੇ ਹਾਂ। ਐਡਾ ਵੱਡਾ ਮਹਾਨ ਫਲ, ਤੂੰ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕਰਦਾ ਸੈਂ, ਅਸੀਂ ਤੇਰੇ ਦਰਸ਼ਨ ਕਰਦੇ ਸਾਂ, ਤੇਰੇ ਦਰਸ਼ਨ ਕਰਕੇ ਸਾਨੂੰ ਇੰਨਾ ਵੱਡਾ ਮਹਾਨ ਫਲ ਮਿਲਿਆ। ਵਾਪਸ ਆ ਗਿਆ। ਮਹਾਰਾਜ ਕਹਿੰਦੇ ਕੁਝ ਸਮਝ ਲੱਗੀ, ਮਹਾਰਾਜ ਆਹ ਗੱਲ ਹੋਈ ਹੈ, ਕਿਰਪਾ ਕਰਕੇ ਮੈਨੂੰ ਕੁਝ ਹੋਰ ਖੋਲ ਕੇ ਸਮਝਾਓ। ਮਹਾਰਾਜ ਕਹਿੰਦੇ ਇਹ ਇੱਕ ਦ੍ਰਿਸ਼ਟਾਂਤ ਹੈ, ਕਾਂ ਦਾ ਰੰਗ ਵੀ ਕਾਲਾ ਹੈ ਤੇ ਕਾਂ ਦੀ ਬਿਰਤੀ ਵੀ ਸ਼ੁੱਧ ਨਹੀਂ। ਮਨੁੱਖ ਪਹਿਲਾਂ ਪਹਿਲ ਜਦੋਂ ਸੰਤਾਂ ਦੀ ਸੰਗਤ ਕਰਦਾ ਹੈ, ਹੋ ਸਕਦਾ ਇਹਦਾ ਬਾਹਰੋਂ ਪਹਿਰਾਵਾ ਵੀ ਨਾ ਚੰਗਾ ਹੋਵੇ ਤੇ ਇਹਦਾ ਜੀਵਨ ਵੀ ਨਾ ਚੰਗਾ ਹੋਵੇ, ਬਾਹਰੋਂ ਵੀ ਗੁਰਮੁਖਾਂ ਵਾਲਾ ਬਾਣਾ ਪਹਿਰਾਵਾ ਸਾਦਗੀ ਵਾਲਾ ਨਾ ਹੋਵੇ ਤੇ ਅੰਦਰ ਵੀ ਗੁਰਮੁਖਤਾਈ ਨਾ ਹੋਵੇ, ਕਾਵਾਂ ਵਾਲਾ ਜੀਵਨ ਹੋਵੇ। ਕਹਿੰਦੇ ਜਦੋਂ ਸੰਤਾਂ ਦੀ ਸੰਗਤ ਕਰਦਾ ਹੈ, ਦਰਸ਼ਨ ਕਰਦਾ ਹੈ, ਸੰਤਾਂ ਦੀ ਸਾਧੂਆਂ ਦੀ ਸੰਗਤ ਵਿੱਚ ਬੈਠਦਾ ਹੈ, ਦੇਖਦਾ ਹੈ, ਕੁਝ ਦਿਨਾਂ ਬਾਅਦ ਇਹ ਬਾਹਰੋਂ ਬਦਲੀ ਹੋਣਾ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਆਪਣਾ ਪਹਿਰਾਵਾ ਬਦਲੀ ਕਰਦਾ ਹੈ, ਵੀ ਜਿਵੇਂ ਬਾਕੀ ਦੇ ਸਾਦਗੀ ਵਾਲਾ ਪਹਿਰਾਵਾ ਪਹਿਨਦੇ ਨੇ, ਬਾਕੀ ਦਿਆਂ ਨੇ ਇਹੋ ਜਿਹੇ ਬਾਣੇ ਪਾਏ ਹੋਏ ਨੇ, ਮੈਂ ਵੀ ਇਦਾਂ ਦਾ ਬਣਾ। ਹੌਲੀ ਹੌਲੀ ਉਹ ਪਹਿਲਾਂ ਬਾਹਰੋਂ ਬਦਲੀ ਹੁੰਦਾ ਹੈ, ਅਜੇ ਅੰਦਰਲੀ ਅਵਸਥਾ ਬਦਲੀ ਨਹੀਂ ਹੋਈ। ਜਿਸ ਤਰ੍ਹਾਂ ਬਗਲਿਆਂ ਦਾ ਰੰਗ ਤਾਂ ਚਿੱਟਾ ਹੈ ਪਰ ਕਰਮ ਚਿੱਟੇ ਨਹੀਂ, ਖੁਰਾਕ ਚੰਗੀ ਨਹੀਂ। ਖੁਰਾਕ ਕੀ ਹੈ? ਬਗਲੇ
ਡੱਡੀਆਂ ਮੱਛੀਆਂ ਹੀ ਖਾਂਦੇ ਨੇ। ਇੱਕ ਲੱਤ ਭਾਰ ਬਗਲਾ ਅੱਖਾਂ ਮੀਚ ਕੇ ਖੜਾ ਹੈ। ਇੱਥੋਂ ਹੀ ਜਿਹੜੀ ਬਗਲ ਸਮਾਧ ਦੀ ਗੱਲ ਬਾਣੀ ਨੇ ਕੀਤੀ ਇਹ ਹੀ ਹੈ ਨਾ ਜੀ, ਅੱਖਾਂ ਮੀਚੀਆਂ ਹੋਈਆਂ ਪਰ ਬਿਰਤੀ ਦੇ ਵਿੱਚ ਸ਼ਿਕਾਰ ਚੱਲ ਰਿਹਾ ਹੈ। ਬਿਰਤੀ ਦੇ ਵਿੱਚ ਦੂਜੇ ਤੇ ਹਮਲਾ ਕਰਨ ਦੀ ਵਿਧੀ ਬਣਾਈ ਜਾ ਰਹੀ ਹੈ। ਅੱਖਾਂ ਮੀਚੀਆਂ ਹੋਈਆਂ ਦੇਖਣ ਨੂੰ ਗੁਰਮੁਖ ਹੈ, ਦੇਖਣ ਨੂੰ ਪਹਿਰਾਵਾ ਗੁਰਮੁਖਾਂ ਵਾਲਾ, ਪਰ ਬਿਰਤੀ ਸ਼ਿਕਾਰੀਆਂ ਵਾਲੀ ਹੈ, ਬਗਲੇ ਦੀ ਨਿਆਈ ਹੈ। ਪਹਿਲਾਂ ਇਹ ਬਾਹਰੋਂ ਬਦਲੀ ਹੁੰਦਾ ਹੈ, ਹੌਲੀ 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 ਸੰਗਤ ਦਾ ਅਸਰ ਪੈਂਦਾ ਹੈ, ਫਿਰ ਇਹ ਹੰਸ ਵਰਗਾ ਬਣ ਜਾਂਦਾ ਹੈ। ਹੰਸ ਦਾ ਕੀ ਸੁਭਾਅ ਹੈ? ਹੰਸ ਬਾਹਰੋਂ ਵੀ ਸਫੇਦ ਹੈ ਤੇ ਹੰਸ ਦੀ ਅੰਦਰੋਂ ਵੀ ਬਿਰਤੀ ਚੰਗੀ ਹੈ। ਹੰਸ ਦੇ ਅੱਗੇ ਪਾਣੀ ਪਾ ਕੇ ਦੁੱਧ ਰੱਖ ਦਿਓ, ਹੰਸ ਕੀ ਕਰਦਾ ਹੈ? ਆਪਣੀ ਚੁੰਝ ਡੋਬਦਾ ਹੈ। ਹੰਸ ਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ, ਉਸ ਦੇ ਨਾਲ ਦੁੱਧ ਦੀਆਂ ਫੁੱਟੀਆਂ ਵੱਜ ਜਾਂਦੀਆਂ ਨੇ, ਪਾਣੀ ਅਲੱਗਾ ਹੋ ਜਾਂਦਾ, ਦੁੱਧ ਅਲੱਗਾ ਹੋ ਜਾਂਦਾ ਹੈ। ਦੁੱਧ ਦੀਆਂ ਫੁੱਟੀਆਂ ਅਲੱਗ ਤੈਰ ਕੇ ਆ ਜਾਂਦੀਆਂ ਨੇ। ਹੰਸ ਦੁੱਧ ਦੀਆਂ ਫੁੱਟੀਆਂ ਚੁਗ ਲੈਂਦਾ ਹੈ, ਖਾ ਲੈਂਦਾ ਹੈ ਤੇ ਪਾਣੀ ਰਹਿਣ ਦਿੰਦਾ ਹੈ। ਇਹ ਹੰਸ ਵਰਗੀ ਬਿਰਤੀ ਬਣ ਜਾਂਦੀ, ਇਸ ਦੀ ਮਾੜੇ ਕੰਮ ਛੱਡੀ ਜਾਂਦਾ ਹੈ ਤੇ ਚੰਗਿਆਂ ਨੂੰ ਗ੍ਰਹਿਣ ਕਰੀ ਜਾਂਦਾ ਹੈ। ਇਹ ਸੰਤਾਂ ਦੀ ਸੰਗਤ ਦਾ ਫਲ ਹੈ। ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਇਹ ਗੱਲ ਪ੍ਰਾਪਤ ਹੁੰਦੀ ਹੈ। ਸੰਤਾਂ ਦੀ ਸੰਗਤ ਦੇ ਵਿੱਚੋਂ ਹੌਲੀ ਹੌਲੀ ਹੰਸਾਂ ਵਰਗੀ ਬਿਰਤੀ ਬਣ ਜਾਂਦੀ ਹੈ। ਫੇਰ ਹੌਲੀ ਹੌਲੀ ਜਦੋਂ ਦੇਖਦਾ ਹੈ, ਪਹਿਲਾਂ ਤਾਂ ਇਹਦੇ ਕਰਮ ਸ਼ੁਭ ਹੁੰਦੇ ਨੇ, ਕਰਮ ਸ਼ੁੱਧ ਹੋ ਜਾਂਦੇ ਨੇ। ਉਸ ਤੋਂ ਬਾਅਦ ਇਹ ਬੰਦਗੀ ਕਰਨੀ ਸ਼ੁਰੂ ਕਰਦਾ। ਹੁਣ ਇਹ ਬੰਦਿਆਂ ਵਾਲੀ ਕੈਟਾਗਰੀ ਦੇ ਵਿੱਚ ਆਉਂਦਾ, ਕਿਉਂਕਿ ਗੁਰਬਾਣੀ ਨੇ ਬੰਦਾ ਉਹਨੂੰ ਮੰਨਿਆ ਜਿਹੜਾ ਬੰਦਗੀ ਕਰੇ। ਜਿਹੜਾ ਬੰਦਗੀ ਨਹੀਂ ਕਰਦਾ ਉਹ ਬੰਦਾ ਨਹੀਂ ਮੰਨਿਆ ਮਹਾਰਾਜ ਨੇ। ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਦੇਹੀ ਬੰਦਿਆਂ ਵਾਲੀ ਹੋ ਸਕਦੀ ਤੇਰੀ, ਪਰ ਬਈ ਤੇਰੇ ਕੰਮ ਬੰਦਿਆਂ ਵਾਲੇ ਨਹੀਂ ਜੇ ਤੂੰ ਬੰਦਗੀ ਨਹੀਂ ਕਰਦਾ। ਮਹਾਰਾਜ ਕਹਿੰਦੇ ਬੰਦਾ ਸੋ ਜੋ ਬੰਦਗੀ ਹੈ। ਬੰਦਾ ਉਹੀ ਹੈ ਜਿਹੜਾ ਬੰਦਗੀ ਕਰਦਾ, ਜਿਹੜਾ ਬੰਦਗੀ ਨਹੀਂ ਕਰਦਾ ਮਹਾਰਾਜ ਕਹਿੰਦੇ ਉਹ ਬੰਦਾ ਨਹੀਂ ਹੈ। ਤੋ ਫਿਰ ਬੰਦਗੀ ਕਰ ਕਰਕੇ ਹੌਲੀ ਹੌਲੀ ਇਹਦੀ ਦੇਵਤਿਆਂ ਵਾਲੀ ਬਿਰਤੀ ਹੋ ਜਾਂਦੀ ਹੈ। ਸਮਾਜ ਦੇ ਭਲੇ ਵਾਸਤੇ ਵੱਡੀ ਤੋਂ ਵੱਡੀ ਕੁਰਬਾਨੀ ਕਰ ਜਾਂਦਾ। ਫਿਰ ਇਹ ਸਾਰਿਆਂ ਦੇ ਭਲੇ ਦੀ ਹਰ ਵੇਲੇ ਇਹਦੇ ਅੰਦਰ ਬਿਰਤੀ ਚੱਲਦੀ ਹੈ। ਹੁਣ ਵੇਖੋ ਇਹ ਸੰਗਤ ਕਰ ਕਰਕੇ ਹੌਲੀ 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 ਅਵਸਥਾ ਬਦਲੀ ਹੁੰਦੀ। ਇਹ ਦ੍ਰਿਸ਼ਟਾਂਤ ਹੈ। ਕਾਵਾਂ ਵਾਲੀ ਬਿਰਤੀ ਤੋਂ ਬਗਲਿਆਂ ਵਰਗਾ ਇਹਦਾ ਰੂਪ ਬਦਲੀ ਹੁੰਦਾ ਹੈ। ਬਗਲਿਆਂ ਵਰਗੇ ਫਿਰ ਹੌਲੀ ਹੌਲੀ ਰੂਪ ਤੋਂ ਇਹਦੀ ਹੰਸਾਂ ਵਾਲੀ ਬਿਰਤੀ, ਚੰਗੇ ਮਾੜੇ ਦੀ ਵਿਚਾਰ ਕਰਨ ਲੱਗ ਪੈਂਦਾ, ਚੰਗਿਆਈ ਗ੍ਰਹਿਣ ਕਰੀ ਜਾਂਦਾ, ਬੁਰਿਆਈ ਨੂੰ ਛੱਡੀ ਜਾਂਦਾ ਹੈ। ਹੰਸਾਂ ਵਾਲੀ ਬਿਰਤੀ ਤੋਂ ਫਿਰ ਮਾਨਸ ਬਿਰਤੀ ਬਣਦੀ ਹੈ। ਮਾਨਸ ਬਿਰਤੀ ਹੌਲੀ ਹੌਲੀ ਦੇਵ ਬਿਰਤੀ ਵਿੱਚ ਬਦਲ ਜਾਂਦੀ ਹੈ। ਤੇ ਹਜ਼ੂਰ ਮਹਾਰਾਜ ਕਹਿੰਦੇ ਬਲਿਹਾਰੀ ਐਸੇ ਸਤਿਗੁਰਾਂ ਤੋਂ, ਕਿਹੋ ਜਿਹਾਂ ਤੋਂ ਜੀ? ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਹਨੇ ਸਾਨੂੰ ਮਾਨਸਾਂ ਤੋਂ ਦੇਵਤੇ ਬਣਾਤਾ, ਦੇਵ ਬਿਰਤੀ ਬਣਾ ਦਿੱਤੀ ਸਮਾਜ ਦੇ ਭਲੇ ਵਾਸਤੇ। ਦੇਖੋ ਜਿਹੜਾ ਵੀ ਸਿੱਖ ਸਿੱਖੀ ਦੇ ਨਿਯਮਾਂ ਅਨੁਸਾਰ ਚੱਲਣ ਵਾਲਾ, ਜੇ ਜ਼ਿਆਦਾ ਨਹੀਂ ਤੇ ਦਿਨ ਵਿੱਚ 2 ਵਾਰੀ ਸਵੇਰ ਦੇ ਤੇ ਸ਼ਾਮ ਦੇ ਨਿਤਨੇਮ ਤੋਂ ਬਾਅਦ ਤਾਂ ਅਰਦਾਸ ਕਰਦਾ ਹੀ ਹੈ ਜੀ। ਤੇ ਅਰਦਾਸ ਤੋਂ ਬਾਅਦ ਕੀ ਕਹਿੰਦਾ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਦੀ ਗੱਲ, ਜਿਹੜਾ ਦੂਜੇ ਦੇ ਭਲੇ ਦੀ ਗੱਲ ਕਰੇ ਉਹ ਦੇਵ ਬਿਰਤੀ ਹੈ। ਦੂਜੇ ਦੇ ਭਲੇ ਖਾਤਰ ਆਪਣਾ ਆਪ ਵੀ ਗਵਾ ਦੇਵੇ। ਦੇਖੋ ਆਮ ਤੌਰ ਤੇ ਆਪਾਂ ਕਹਿੰਦੇ ਆ ਨਾ ਜੀ, ਰਾਖਸ਼, ਮਾਨਸ ਤੇ ਦੇਵਤੇ, ਇਹ 3 ਤਰ੍ਹਾਂ ਦੇ। ਫਰਕ ਕੀ ਹੈ ਜੀ? ਰਾਖਸ਼ ਕੋਈ ਅਲੱਗ ਜੂਨ ਨਹੀਂ ਹੈ ਵੀ ਉਹਨਾਂ ਦੇ ਸਿੰਗ ਲੱਗੇ ਹੁੰਦੇ ਨੇ, ਉਹਨਾਂ ਦਾ ਕਰੂਪ ਚਿਹਰਾ ਹੁੰਦਾ ਹੈ। ਇਸ ਦੇਹੀ ਵਿੱਚ ਹੀ ਰਾਖਸ਼ ਬਿਰਤੀ ਹੈ, ਇਸ ਦੇਹੀ ਵਿੱਚ ਹੀ ਮਾਨਸ ਬਿਰਤੀ ਹੈ, ਇਸ ਦੇਹੀ ਵਿੱਚ ਹੀ ਦੇਵ ਬਿਰਤੀ ਹੈ। ਉਹ ਗੱਲ ਵੱਖਰੀ ਹੈ ਵੀ ਸਾਡੇ ਅੰਦਰ ਕਿਹੜੀ ਬਿਰਤੀ ਪ੍ਰਬਲ ਹੈ, ਕਿਹੜੀ ਬਿਰਤੀ ਜ਼ਿਆਦਾ ਹਾਵੀ ਹੈ ਸਾਡੇ ਤੇ। ਰਾਖਸ਼ ਬਿਰਤੀ ਵਾਲਾ ਜਿਹੜਾ ਮਨੁੱਖ ਹੈ
ਉਹ ਆਪਣਾ ਸਵਾਰਨ ਦੀ ਖਾਤਰ ਦੂਜੇ ਦਾ ਵਿਗਾੜਦਾ ਹੈ, ਆਪਣਾ ਬਣਾਉਣ ਦੀ ਖਾਤਰ ਦੂਜੇ ਨੂੰ ਉਜਾੜ ਵੀ ਸਕਦਾ ਹੈ, ਆਪਣੇ ਲਾਭ ਦੀ ਖਾਤਰ ਦੂਜੇ ਦੀ ਜਾਨ ਵੀ ਲੈ ਸਕਦਾ ਹੈ। ਹੁਣ ਜਿਹਦੇ ਅੰਦਰ ਇਹ ਬਿਰਤੀ ਚੱਲਦੀ ਹੈ ਉਹ ਬੰਦਾ ਨਹੀਂ, ਉਹ ਮਨੁੱਖ ਨਹੀਂ, ਉਹ ਇਸ ਦੇਹੀ ਵਿੱਚ ਤੁਰਿਆ ਫਿਰਦਾ ਰਾਖਸ਼ ਹੈ। ਮਾਨਸ ਬਿਰਤੀ ਜਿਹੜਾ ਨਾ ਕਿਸੇ ਦਾ ਬਹੁਤ ਭਲਾ ਕਰੇ, ਨਾ ਕਿਸੇ ਦਾ ਬੁਰਾ ਕਰੇ, ਆਪਣੇ ਆਪ ਵਿੱਚ ਰਵੇ, ਕੇਵਲ ਆਪਣੇ ਜੀਵਨ ਦੇ ਨਾਲ ਜਿਸ ਨੂੰ ਵਾਹ ਵਾਸਤਾ ਹੋਵੇ, ਕਿਸੇ ਤਾਈਂ ਨਾ ਹੋਵੇ, ਮਾਨਸ ਬਿਰਤੀ ਹੈ। ਦੇਵ ਬਿਰਤੀ ਜਿਹੜਾ ਦੂਜਿਆਂ ਦੇ ਭਲੇ ਖਾਤਰ ਵੱਡੀ ਤੋਂ ਵੱਡੀ ਕੁਰਬਾਨੀ ਕਰ ਦੇਵੇ, ਉਹ ਦੇਵ ਬਿਰਤੀ ਹੈ। ਤੇ ਹੁਣ ਇੱਥੇ ਰੱਬ ਦੇ ਪਿਆਰਿਆਂ ਦੀ ਬਾਬਤ ਆਪ ਜੀ ਸਰਵਣ ਕਰ ਰਹੇ ਹੋ। ਪੂਰਨ ਮਹਾਂਪੁਰਸ਼ਾਂ ਦੀ ਸੰਗਤ ਪਾਪਾਂ ਰੂਪੀ ਪਲਾਹ ਨੂੰ ਖਾ ਜਾਂਦੀ ਹੈ। ਜਿਸ ਤਰ੍ਹਾਂ ਕਹਿੰਦੇ ਨਾ ਜੀ, ਸੰਗਤ ਸੰਤ ਸੰਗ ਲਗ ਉੱਚੇ, ਜੋ ਪੀਪ ਪਲਾਸ ਖਾਏ ਲੀਜੈ। ਪੀਪ ਪਿੱਪਲ ਦੇ ਦਰਖਤ ਨੂੰ ਕਿਹਾ ਹੈ। ਜਿਸ ਤਰ੍ਹਾਂ ਪਲਾਹ ਦੇ ਰੁੱਖ ਦੇ ਵਿੱਚ ਜੇ ਕਿਤੇ ਪਿੱਪਲ ਉੱਗ ਪਵੇ ਤਾਂ ਉਹ ਜਿਹੜਾ ਪਿੱਪਲ ਹੈ ਉਹ ਪਲਾਹ ਨੂੰ ਖਾ ਜਾਂਦਾ ਹੈ, ਖਤਮ ਕਰ ਦਿੰਦਾ ਹੈ। ਮਹਾਂਪੁਰਸ਼ਾਂ ਦੀ ਸੰਗਤ ਪਾਪਾਂ ਰੂਪੀ ਪਲਾਹ ਨੂੰ ਖਾ ਜਾਂਦੀ ਹੈ ਤੇ ਪੁੰਨਾਂ ਰੂਪੀ ਪਿੱਪਲ ਪ੍ਰਗਟ ਹੋ ਜਾਂਦਾ ਹੈ। ਪਾਪਾਂ ਨੂੰ ਦੂਰ ਕਰਕੇ ਫਿਰ ਬਕਾਇਆ ਉਹਦੇ ਜੀਵਨ ਨੂੰ ਸੰਤ ਜੀਵਨ, ਸਾਧੂਆਂ ਦਾ ਜੀਵਨ ਬਣਾ ਦਿੰਦੀ ਹੈ। ਮਹਾਂਪੁਰਸ਼ਾਂ ਦੀ ਸੰਗਤ ਦਾ ਏਡਾ ਵੱਡਾ ਮਹਾਨ ਫਲ ਹੈ। ਤੇ ਸਾਧ ਸੰਗਤ ਦੀ ਵਡਿਆਈ ਸ਼ਾਸਤਰਾਂ ਦੇ ਵਿੱਚ ਬਚਨ ਆਉਂਦਾ ਜੀ। ਕਹਿੰਦੇ ਇੱਕ ਵਾਰੀ ਨਾਰਦ ਮੁਨੀ ਜੀ ਭਗਵਾਨ ਜੀ ਦੇ ਦਰਸ਼ਨ ਕਰਨ ਲਈ ਬੈਕੁੰਠ ਵਿੱਚ ਚਲੇ ਗਏ, ਪਰ ਉੱਥੇ ਭਗਵਾਨ ਜੀ ਦੇ ਦਰਸ਼ਨ ਨਾ ਹੋਏ। ਖੀਰ ਨਿਧੀ ਸਮੁੰਦਰ ਵਿੱਚ ਸ਼ੇਸ਼ਨਾਗ ਦੀ ਸੇਜਾ ਦੇ ਉੱਤੇ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਗਏ, ਉੱਥੇ ਵੀ ਨਾ ਦਰਸ਼ਨ ਹੋਏ। ਜਗਨਨਾਥ ਗਏ, ਪ੍ਰਾਗਰਾਜ ਗਏ, ਜਿੱਥੇ ਜਿੱਥੇ ਵੀ ਸ਼ਾਸਤਰ ਪੁਰਾਣਾਂ ਨੇ ਕਥਨ ਕੀਤਾ ਵੀ ਫਲਾਨੀ ਜਗ੍ਹਾ ਭਗਵਾਨ ਰਹਿੰਦਾ ਹੈ, ਸਾਰੀਆਂ ਜਗ੍ਹਾ ਤੇ ਨਾਰਦ ਜੀ ਭਗਵਾਨ ਦੇ ਦਰਸ਼ਨਾਂ ਨੂੰ ਗਏ, ਪਰ ਭਗਵਾਨ ਜੀ ਕਿਤੇ ਵੀ ਨਾ ਮਿਲੇ। ਅਖੀਰ ਇੱਕ ਸੰਤਾਂ ਦੀ ਮੰਡਲੀ, ਤਤਵੇਤਾ ਮਹਾਂਪੁਰਸ਼ਾਂ ਦੀ ਮੰਡਲੀ ਕਥਾ ਕੀਰਤਨ ਕਰ ਰਹੀ, ਬੈਠੇ ਨੇ ਇਕੱਠੇ ਹੋ ਕੇ। ਨਾਰਦ ਜੀ ਵੀ ਉਹਨਾਂ ਮਹਾਂਪੁਰਸ਼ਾਂ ਦੇ ਨਾਲ ਮਿਲ ਕੇ ਉੱਥੇ ਕੀਰਤਨ ਕਰਨ ਲੱਗ ਪਏ। ਕੀਰਤਨ ਕਰਦੇ ਕਰਦੇ ਪ੍ਰੇਮ ਦੇ ਵਿੱਚ ਮਗਨ ਹੋਏ ਤਾਂ ਭਗਵਾਨ ਜੀ ਦੇ ਉੱਥੇ ਪ੍ਰਤੱਖ ਦਰਸ਼ਨ ਹੋ ਗਏ। ਨਾਰਦ ਜੀ ਨੇ ਇੱਕਦਮ ਭਗਵਾਨ ਜੀ ਨੂੰ ਬੇਨਤੀ ਕਰਕੇ ਪੁੱਛਿਆ, ਹੇ ਭਗਵਾਨ, ਮੈਂ ਬੈਕੁੰਠ ਵਿੱਚ ਵੀ ਗਿਆ, ਖੀਰ ਨਿਧੀ ਸਮੁੰਦਰ ਵਿੱਚ ਵੀ ਗਿਆ, ਜਿੱਥੇ ਜਿੱਥੇ ਸ਼ਾਸਤਰ ਪੁਰਾਣਾਂ ਨੇ ਲਿਖਿਆ ਮੈਂ ਸਾਰੀ ਥਾਂ ਜਾ ਕੇ ਦੇਖਿਆ, ਪਰ ਤੁਹਾਡੇ ਮੈਨੂੰ ਕਿਤੇ ਦਰਸ਼ਨ ਹੀ ਨਹੀਂ ਹੋਏ। ਤੁਹਾਡਾ ਅਸਲ ਟਿਕਾਣਾ ਵੀ ਕੋਈ ਹੈ, ਜਾਂ ਜਿੱਥੇ ਵੀ ਕੋਈ ਪ੍ਰੇਮੀ ਆਪ ਜੀ ਨੂੰ ਦਰਸ਼ਨਾਂ ਵਾਸਤੇ ਯਾਦ ਕਰ ਲਵੇ ਤੁਸੀਂ ਉੱਥੇ ਹੀ ਰਹਿੰਦੇ ਹੋ? ਭਗਵਾਨ ਜੀ ਨੇ ਨਾਰਦ ਮੁਨੀ ਨੂੰ ਜੋ ਉੱਤਰ ਦਿੱਤਾ ਸੀ ਉਸ ਵੇਲੇ, ਉਹ ਭਾਈ ਗੁਰਦਾਸ ਜੀ ਨੇ ਆਪਣੇ ਕਵਿੱਤ ਦੇ ਵਿੱਚ ਕਥਨ ਕੀਤਾ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਭਗਵਾਨ ਜੀ ਨਾਰਦ ਨੂੰ ਕਹਿਣ ਲੱਗੇ, ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਨਾਰਦ ਮੁਨੀ, ਜੇ ਮੇਰੇ ਦਰਸ਼ਨ ਕਰਨੇ ਹੋਣ ਤਾਂ ਮੇਰਾ ਅਸਲੀ ਘਰ ਸਾਧ ਸੰਗਤ ਹੈ। ਸਾਧ ਸੰਗਤ ਦਾ ਦਰਸ਼ਨ ਮੇਰਾ ਦਰਸ਼ਨ ਹੈ। ਸਾਧ ਸੰਗ ਮੇਰੋ ਮਾਤ ਪਿਤਾ ਔ ਕੁਟੰਬ ਸਖਾ, ਸਾਧ ਸੰਗ ਮੇਰੋ ਸੁਤ ਸ੍ਰੇਸ਼ਟ ਅਨੂਪ ਹੈ। ਮੇਰੇ ਸਾਰੇ ਰਿਸ਼ਤੇਦਾਰੀ, ਮਾਤਾ ਪਿਤਾ, ਸਖਾ, ਮਿੱਤਰ, ਪੁੱਤਰ, ਸਾਧ ਸੰਗਤ ਹੀ ਸਾਰਾ ਕੁਛ ਹੈ। ਸਾਧ ਸੰਗ ਸਰਬ ਨਿਧਾਨ ਪ੍ਰਾਨ ਜੀਵਨ ਮੈਂ, ਸਾਧ ਸੰਗ ਨਿਜ ਪਤ, ਸਾਧ ਸੰਗ ਨਿਜ ਪਦ ਸੇਵਾ ਦੀਪ ਤੂਪ ਹੈ। ਸਾਧ ਸੰਗ ਰੰਗ ਰਸ ਭੋਗ ਸੁਖ ਸਹਿਜ ਮੈਂ, ਸਾਧ ਸੰਗ ਸੋਭਾ ਅਤ ਉਪਮਾ ਅਉਪ ਹੈ। ਵੀ ਸਾਧ ਸੰਗਤ ਦੀ ਕੀ ਵਡਿਆਈ ਕਰੀਏ, ਅਸੀਂ ਸਾਧ ਸੰਗਤ ਵਿੱਚ ਵਸਦੇ ਹਾਂ। ਐਸਾ ਬਚਨ ਮਹਾਂਪੁਰਸ਼ਾਂ ਨੇ ਕੀਤਾ, ਐਸਾ ਬਚਨ ਸ੍ਰੀ ਭਗਵਾਨ ਜੀ ਨੇ ਨਾਰਦ ਮੁਨੀ ਨੂੰ ਕੀਤਾ। ਸੋ ਜਿਨ੍ਹਾਂ ਸੰਤਾਂ, ਪੂਰਨ ਪੁਰਖਾਂ, ਬ੍ਰਹਮ ਗਿਆਨੀਆਂ ਦੇ ਗੁਰਬਾਣੀ ਦੇ ਅੰਦਰ ਜੋ ਗੁਣ ਕਥਨ ਕੀਤੇ ਨੇ, ਇੱਥੇ ਇੱਕ ਖਿਆਲ ਰੱਖਣਾ ਇਹ ਜ਼ਰੂਰੀ ਨਹੀਂ
ਤੇ ਜਿਹਨੇ ਵੀ ਸੰਤਾਂ ਵਾਲਾ ਭੇਖ ਧਾਰਨ ਕੀਤਾ ਹੋਇਆ ਹੈ, ਜਿਹਨੇ ਵੀ ਸੰਤਾਂ ਵਾਲੇ ਕੱਪੜੇ ਪਾਏ ਹੋਏ ਨੇ, ਉਹ ਸੰਤ ਹੀ ਹੈ। ਸੰਤ ਦੇ ਵਿੱਚ ਕੁਝ ਗੁਣ ਨੇ, ਜਿਨ੍ਹਾਂ ਗੁਣਾਂ ਦੇ ਆਧਾਰ ਤੇ ਉਹਨੂੰ ਸੰਤ ਕਹਿੰਦੇ ਆ। ਗੁਣਾਂ ਤੋਂ ਬਿਨਾਂ ਕੋਈ ਸੰਤ ਨਹੀਂ ਹੈ, ਭਾਵੇਂ ਪਹਿਰਾਵਾ ਵੀ ਪਾਇਆ ਹੋਵੇ। ਹੁਣ ਗੁਣ ਕਿਹੜੇ ਨੇ ਜੀ? ਮਹਾਰਾਜ ਨੇ ਵਚਨ ਬਾਣੀ ਵਿੱਚ ਲਿਖੇ, ਆਸਾ ਰਾਗ ਦੇ ਵਿੱਚ, 8 ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ। ਸੰਤ ਰਹਿਤ ਸੁਨੋ ਮੇਰੇ ਭਾਈ, ਵਾਂ ਕੀ ਮਹਿਮਾ ਕਥਨ ਨ ਜਾਈ। ਵਰਤਣ ਜਾ ਕੇ ਕੇਵਲ ਨਾਮ, ਅਨੰਦ ਰੂਪ ਕੀਰਤਨ ਵਿਸਰਾਮ। ਮਿੱਤਰ ਸੱਤਰ ਜਾ ਕੈ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨ ਜਾਣੈ। ਕੋਟ ਕੋਟ ਅਗ ਕਾਟਨ ਹਾਰਾ, ਦੁਖ ਦੂਰ ਕਰਨ ਜੀ ਕੇ ਦਾਤਾਰਾ। ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਤਾਂ ਕਾ ਸੰਗ ਬਾਛੈ ਸੁਰਦੇਵ, ਅਮੋਗ ਦਰਸ ਸਫਲ ਜਾਂ ਕੀ ਸੇਵ। ਕਰ ਜੋੜ ਨਾਨਕ ਕਰੇ ਅਰਦਾਸ, ਮੋਹਿ ਸੰਤਹਿ ਟਹਿਲ ਦੀਜੈ ਗੁਣਤਾਸ। ਸਹਿਸਕ੍ਰਿਤੀ ਸ਼ਲੋਕਾਂ ਦੇ ਵਿੱਚ ਵੀ ਮਹਾਰਾਜ ਨੇ ਬਚਨ ਕੀਤੇ ਨੇ। ਕਹਿੰਦੇ ਮੰਤਰੰ ਰਾਮ ਰਾਮ ਨਾਮੰ, ਧਿਆਨੰ ਸਰਬਤਰ ਪੂਰਨੈ। ਗਿਆਨੰ ਸਮ ਦੁਖ ਸੁਖੰ, ਜੁਗਤ ਨਿਰਮਲ ਨਿਰਵੈਰਣੈ। ਦਇਆਲੰ ਸਰਬਤਰ ਜੀਆ, ਪੰਚ ਦੋਖ ਵਿਵਰਜਤੇ। ਭੋਜਨੰ ਗੋਪਾਲ ਕੀਰਤਨੰ, ਅਲਪ ਮਾਇਆ ਜਲ ਕਮਲ ਰਹਤੇ। ਉਪਦੇਸੰ ਸਮ ਮਿੱਤਰ ਸਤਰ ਹੈ, ਭਗਵੰਤ ਭਗਤ ਭਾਵਨੀ। ਪਰ ਨਿੰਦਾ ਨਹਿ ਸਰੋਤ ਸਰਵਣੰ, ਆਪ ਤਿਆਗ ਸਗਲ ਰੇਣ ਕਹਿ। ਇਹ ਗੁਣ ਨੇ ਜਿਨ੍ਹਾਂ ਦੇ ਵਿੱਚ ਮਾਰੇ ਕਹਿੰਦੇ ਉਹ ਸੰਤ ਨੇ, ਉਹ ਸੰਤ। ਐਸੇ ਗੁਣਾਂ ਵਾਲੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਜੀਵ ਨੂੰ ਕੀ ਲਾਭ ਪਹੁੰਚਾਉਂਦੀ ਹੈ, ਕੀ ਫਾਇਦਾ ਹੁੰਦਾ ਹੈ। ਜੈਤਸਰੀ ਦੀ ਵਾਰ ਅੰਦਰ ਮਹਾਰਾਜ ਕਥਨ ਕਰਦੇ, ਕਹਿੰਦੇ ਐਸੇ ਮਹਾਂਪੁਰਸ਼ਾਂ ਦੀ ਸੰਗਤ ਜੀਵ ਦੇ ਅੰਤਸ਼ਕਰਨ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਇਹਨੂੰ ਸਾੜ ਰਹੀ ਹੈ, ਉਸ ਮੈਲ ਨੂੰ ਤੇ ਉਸ ਅੱਗ ਨੂੰ ਮਹਾਂਪੁਰਖਾਂ ਦੀ ਸੰਗਤ ਕਰਨ ਦੇ ਨਾਲ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦਜਹਿ ਨਾਨਕਾ ਤਰੀਐ ਕਰਮੀ ਲੱਗ। ਇਹ ਅੱਗ ਜਿਹੜੀ ਹੈ ਚੰਦਨ ਦੀ ਠੰਡ ਨਾਲ ਵੀ ਸ਼ਾਂਤ ਨਹੀਂ ਹੋ ਸਕਦੀ। ਚੰਦਰਮਾ ਦੇਵਤਾ ਦੀ ਠੰਡੀ ਚਾਨਣੀ ਵੀ ਇਸ ਅੱਗ ਨੂੰ ਸ਼ਾਂਤ ਨਹੀਂ ਕਰ ਸਕਦੀ। ਸਰਦੀ ਦੀ ਰੁੱਤ ਦੇ ਵਿੱਚ ਵੀ ਠੰਡ ਨਹੀਂ ਪੈਂਦੀ, ਤ੍ਰਿਸ਼ਨਾਲੂ ਬੰਦਾ ਸੜੀ ਜਾਂਦਾ ਹੈ ਠੰਡ ਵਿੱਚ ਵੀ। ਪਰ ਜੇ ਠੰਡ ਪੈ ਸਕਦੀ ਹੈ ਤਾਂ ਸ਼ਾਂਤ ਰੂਪ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਸ਼ਾਂਤੀ ਆ ਸਕਦੀ ਹੈ। ਨਹਿ ਸੀਤਲੰ ਚੰਦਰ ਦੇਵ ਹੈ, ਨਹਿ ਸੀਤਲੰ ਬਾਵਨ ਚੰਦਨ ਹੈ। ਨਹਿ ਸੀਤਲੰ ਸੀਤ ਰੁਤੇਣ, ਨਾਨਕ ਸੀਤਲੰ ਸਾਧ ਸਵਜਨ ਹੈ। ਸੰਤ ਕੀ ਤੂਰ ਮਿਟੇ ਅਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਸੰਤ ਕਾ ਦਰਸ ਪੂਰਨ ਇਸਨਾਨ, ਸੰਤ ਕਿਰਪਾ ਤੇ ਜਪੀਐ ਨਾਮ। ਸੰਤ ਕੈ ਸੰਗ ਮਿਟਿਆ ਅਹੰਕਾਰ, ਦ੍ਰਿਸ਼ਟ ਆਵੈ ਸਭ ਏਕੰਕਾਰ। ਸੰਤ ਸੁਪ੍ਰਸੰਨ ਆਏ ਬਸ ਪੰਚਾ, ਅੰਮ੍ਰਿਤ ਨਾਮ ਹਿਰਦੈ ਲੈ ਸੰਚਾ। ਕਹੋ ਨਾਨਕ ਜਾ ਕਾ ਪੂਰਨ ਕਰਮ, ਤਿਸ ਭੇਟੇ ਸਾਧੂ ਕੇ ਚਰਨ। ਸਾਧੂ ਦੀ ਮਹਿਮਾ ਨੂੰ ਬੇਅੰਤ ਕਥਨ ਕੀਤਾ ਹੈ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਸੰਤ ਰਾਮ ਮੈਂ ਭੇਦ ਨਾ ਜਾਣੂ। ਐਸੇ ਬਚਨ ਮਹਾਰਾਜ ਦੀ ਬਾਣੀ ਚ ਆਉਂਦੇ ਨੇ। ਸੋ ਐਸੇ ਗੁਣਾਂ ਵਾਲੇ ਔਰ ਐਸੇ ਮਹਾਨ ਲੱਛਣਾਂ ਵਾਲੇ ਪੂਰਨ ਸੰਤ ਉਸ ਸਮੇਂ ਡੇਰੇ ਸੰਤਗੜ੍ਹ ਵਿੱਚ ਰਹਿائش ਰੱਖਦੇ। 5 ਬ੍ਰਹਮ ਗਿਆਨੀ ਮਹਾਂਪੁਰਖ ਜਿਨ੍ਹਾਂ ਦਾ ਜ਼ਿਕਰ ਬੇਨਤੀ ਕੀਤੀ ਹੈ, ਉਹਨਾਂ ਵਿੱਚ ਇੱਕ ਸਨ ਸੰਤ ਬਾਬਾ ਕਾਨਦਾਸ ਜੀ, ਜਿਨ੍ਹਾਂ ਦੀ ਬਾਬਤ ਆਪ ਜੀ ਪਹਿਲਿਆਂ ਪ੍ਰਕਰਣਾਂ ਦੇ ਵਿੱਚ ਬਹੁਤ ਕੁਝ ਸੁਣ ਚੁੱਕੇ ਹੋ। ਸੰਤ ਬਾਬਾ ਕਾਨਦਾਸ ਜੀ ਮੰਡੇਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦੇ ਬਚਨਾਂ ਦੇ ਨਾਲ ਸੰਤ ਬਾਬਾ ਜਵਾਲਾ ਸਿੰਘ ਜੀ ਦਾ ਜਨਮ ਹੋਇਆ ਸੀ। ਬਾਬਾ ਕਾਨਦਾਸ ਜੀ ਮੰਡੇਰਾਂ ਰਹਿੰਦੇ। ਦੂਸਰੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਕਹੇ ਹੋਏ ਬਚਨ ਉਸੇ ਵੇਲੇ ਅਟਲ ਹੋ ਜਾਂਦੇ ਸਨ। ਔਰ ਉਹਨਾਂ ਮਹਾਂਪੁਰਖਾਂ ਦੇ ਸੰਬੰਧ ਦੇ ਵਿੱਚ ਹੋਰ ਵੀ ਗਾਂ ਬਹੁਤ ਬਚਨ ਆਉਣਗੇ। ਆਪਣੀ ਮਰਜ਼ੀ ਦੇ ਨਾਲ ਸਰੀਰ ਬਦਲੀ ਕਰ ਲੈਂਦੇ ਸੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਬਹੁਤ ਕਮਾਈ ਸੀ ਉਹਨਾਂ ਦੀ, ਬੜੇ ਸਿੱਧ ਪੁਰਸ਼ ਸੀਗੇ।
ਸੰਤ ਬਾਬਾ ਮੇਹਰ ਸਿੰਘ ਜੀ ਪੰਡੋਰੀ ਨਿਜਰਾਂ ਵਾਲੇ, ਜਿਹੜੇ ਭਗਤੀ ਦੇ ਵਿੱਚ ਤਾਂ ਪੂਰੇ ਸਨ, ਪਰ ਜੋਗੀਆਂ ਵਾਂਗੂ ਜੋਗਾ ਆਨੰਦ ਦਾ ਵੀ ਆਨੰਦ ਮਾਣਦੇ ਸਨ। ਜੋਗਾ ਆਨੰਦ, ਬ੍ਰਹਮਾਨੰਦ ਦੋਨੋਂ ਹੀ ਗੁਣ ਉਹਨਾਂ ਦੇ ਵਿੱਚ ਸਨ। ਤੇ ਚੌਥੇ ਸਨ ਬਾਬਾ ਉਦੈ ਸਿੰਘ ਜੀ ਮੁਖਣਿਆਣੇ ਵਾਲੇ, ਬਾਬਾ ਬਿਸ਼ਨ ਸਿੰਘ ਜੀ ਨੰਗਲ ਖੁਰਦ ਵਾਲੇ, ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਆਪ ਪੂਰਨ ਬ੍ਰਹਮ ਗਿਆਨੀ, ਜਿਨ੍ਹਾਂ ਨੇ ਬੇਅੰਤ ਜਪ ਤਪ ਕਰਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਸੀ। ਡੇਰੇ ਵਿੱਚ ਅਨੇਕਾਂ ਹੀ ਸਮਿਆਂ ਦੇ ਉੱਤੇ ਇਹ ਸਾਧੂ ਇਕੱਠੇ ਹੋਇਆ ਕਰਦੇ। ਇੱਕ ਸਮਾਂ ਐਸਾ ਬਣਿਆ ਬਈ ਮਹਾਪੁਰਸ਼ ਇਹ ਸਾਰੇ ਹੀ ਸਾਧੂ ਸ਼ਾਮ ਦੇ ਦੀਵਾਨ ਦੀ ਸਮਾਪਤੀ ਹੋਈ, ਪ੍ਰਸ਼ਾਦ ਪਾਣੀ ਛਕਿਆ, ਵਿਸ਼ਰਾਮ ਕਰਨ ਵਾਸਤੇ ਆਪੋ ਆਪਣੇ ਆਸਣਾਂ ਤੇ ਚਲੇ ਗਏ। ਸਵਾ ਪਹਿਰ ਰਾਤ ਰਹਿੰਦੀ ਜੋ ਨਿਯਮ ਸੀ ਸਾਰੇ ਸਾਧੂਆਂ ਦਾ, ਸਾਰੇ ਉੱਠੇ, ਇਸ਼ਨਾਨ ਕੀਤਾ। ਸਾਰੇ ਮਹਾਪੁਰਸ਼ ਬ੍ਰਹਮਾਨੰਦ ਸਮਾਧੀ ਸਥਿਤ ਹੋ ਗਏ। ਜਿਵੇਂ ਜਿਵੇਂ ਅੱਗੇ ਸੁਭਾਅ ਸੀ ਸੰਤਾਂ ਦਾ, ਆਪੋ ਆਪਣੇ ਆਸਣਾਂ ਤੇ ਚੌਂਕੜੇ ਲਾ ਕੇ ਬਹਿ ਗਏ। ਬਾਬਾ ਮੇਹਰ ਸਿੰਘ ਜੀ ਪੰਡੋਰੀ ਨਿਜਰਾਂ ਵਾਲੇ ਸਮਾਧੀ ਦੇ ਵਿੱਚ ਅਭੇਦ ਹੋ ਕੇ ਸੱਚਖੰਡ ਵਾਹਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਜਿਸ ਵੇਲੇ ਪਹੁੰਚੇ, ਉੱਥੇ ਜਾ ਕੇ ਬਾਬਾ ਮੇਹਰ ਸਿੰਘ ਜੀ ਨੇ ਕੀ ਦੇਖਿਆ ਕਿ ਸੰਤ ਬਾਬਾ ਜਵਾਲਾ ਸਿੰਘ ਜੀ ਅਕਾਲ ਪੁਰਖ ਜੀ ਦੇ ਸਨਮੁਖ ਬੈਠੇ ਆ, ਸਾਹਮਣੇ ਬੈਠੇ ਬਿਲਕੁਲ ਮੂਹਰੇ। ਬਾਬਾ ਮੇਹਰ ਸਿੰਘ ਜੀ ਇਹ ਦ੍ਰਿਸ਼ ਦੇਖ ਕੇ ਸੱਚਖੰਡ ਦਾ ਹੱਥ ਜੋੜ ਕੇ ਉੱਥੇ ਖਲੋ ਗਏ। ਆਲੇ ਦੁਆਲੇ ਕੀ ਦੇਖਿਆ ਕਿ ਅਕਾਲ ਪੁਰਖ ਜੀ ਅੱਜ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਸਿਰ ਤੇ ਬਹੁਤ ਮਿਹਰਾਂ ਬਖਸ਼ਿਸ਼ਾਂ ਵਰਤਾ ਰਹੇ, ਭੰਡਾਰੇ ਬਖਸ਼ ਰਹੇ ਨੇ। ਗੁਰੂ ਸਾਹਿਬਾਨ ਆਪ ਹਾਜ਼ਰ ਖੜੇ ਨੇ, ਬਾਬਾ ਸਾਹਿਬ ਸਿੰਘ ਜੀ ਹਾਜ਼ਰ ਖੜੇ ਨੇ, ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਸੰਤ ਬਾਬਾ ਜਵਾਲਾ ਸਿੰਘ ਜੀ ਦੇ ਗੁਰਦੇਵ ਮਹਾਰਾਜ ਬਾਬਾ ਆਇਆ ਸਿੰਘ ਜੀ, ਇਹ ਸਾਰੇ ਸਾਧੂ ਹਾਜ਼ਰ ਖੜੇ ਹੈ। ਜਦ ਇਹ ਸਾਰਾ ਦ੍ਰਿਸ਼ ਬਾਬਾ ਮੇਹਰ ਸਿੰਘ ਜੀ ਨੇ ਤੱਕਿਆ, ਹੁਣ ਪੌ ਫਟਾਲਾ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸੀ। ਹਮੇਸ਼ਾ ਦੀ ਤਰ੍ਹਾਂ ਸੰਗਤ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਕੱਤਰ ਹੋਈ। ਸਵੇਰ ਦੇ ਦੀਵਾਨ ਦੀ ਸਮਾਪਤੀ ਹੋਈ। ਅਰਦਾਸ ਤੋਂ ਬਾਅਦ ਹੁਕਮਨਾਮਾ ਆਇਆ, ਗੁਰ ਪੂਰੈ ਪੂਰੀ ਕੀਨੀ, ਬਖਸ਼ ਆਪਣੀ ਕਰ ਦੀਨੀ। ਨਿਤ ਆਨੰਦ ਸੁਖ ਪਾਇਆ, ਥਾਮ ਸਗਲੇ ਸੁਖੀ ਵਸਾਇਆ। ਹਰ ਕੀ ਭਗਤ ਫਲ ਦਾਤੀ, ਗੁਰ ਪੂਰੇ ਕਿਰਪਾ ਕਰ ਦੀਨੀ, ਵਿਰਲੇ ਕਿਨਹੀ ਜਾਤੀ। ਰਹਾਉ ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਨਾਨਕ ਨਾਮ ਧਿਆਇਆ, ਪੂਰਬ ਲਿਖਿਆ ਪਾਇਆ। ਜਦ ਇਹ ਮੁਖ ਵਾਕ ਆਇਆ, ਬਾਕੀ ਸਾਰੇ ਸਾਧੂ ਵੀ ਬੈਠੇ ਸੁਣ ਰਹੇ ਸੀ, ਸੰਗਤ ਵੀ ਬਹੁਤ ਬੈਠੀ ਸੀ। ਬਾਬਾ ਮੇਹਰ ਸਿੰਘ ਜੀ ਪੰਡੋਰੀ ਨਿਜਰਾਂ ਵਾਲੇ ਇੱਕਦਮ ਖਿੜ ਕੇ ਹੱਸ ਪਏ। ਜਦ ਖਿੜ ਕੇ ਹੱਸੇ, ਬਾਬਾ ਮੇਹਰ ਸਿੰਘ ਜੀ ਦਾ ਹਾਸਾ ਸਾਰਿਆਂ ਦੇ ਲਈ ਹੈਰਾਨ ਕਰ ਦੇਣ ਵਾਲਾ ਸੀ। ਜਦ ਬਾਬਾ ਜੀ ਹੱਸ ਰਹੇ ਸੀ, ਚਿਹਰੇ ਤੇ ਬੜੀ ਅਗੰਮੀ ਲਾਲੀ ਸੀ, ਅੱਖਾਂ ਦੇ ਵਿੱਚ ਬੜੀ ਮਸਤੀ ਸੀ। ਉਸ ਸਮੇਂ ਬਾਬਾ ਮੇਹਰ ਸਿੰਘ ਜੀ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਉਸ ਸਮੇਂ ਕੀ ਹੋਇਆ, ਬਾਬਾ ਜੀ ਦੋਵੇਂ ਹੱਥਾਂ ਨਾਲ ਤਾੜੀਆਂ ਵਜਾਉਣ ਲੱਗ ਪਏ ਤੇ ਦੇਖਣ ਵਾਲਿਆਂ ਨੂੰ ਇਉਂ ਲੱਗਦਾ ਸੀ ਵੀ ਬਾਬਾ ਮੇਹਰ ਸਿੰਘ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਤੇ ਇਹ ਕਿਤੇ ਉੱਠ ਕੇ ਨੱਚਣ ਨਾ ਲੱਗ ਪੈਣ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਐਸੀ ਇੱਕ ਖੇਡ ਵਰਤੀ, ਐਸੀ ਕਲਾ ਵਰਤੀ, ਐਸੀ ਖੁਸ਼ੀ ਦੇ ਵਿੱਚ ਬਾਬਾ ਜੀ ਸਨ। ਪਰ ਬਾਬਾ ਜੀ ਬੈਠੇ ਬੜੀ ਖੁਸ਼ੀ ਵਿੱਚ ਹੱਸੀ ਗਏ ਤੇ ਤਾੜੀਆਂ ਵਜਾਈ। ਜਦੋਂ ਥੋੜੇ ਸਮੇਂ ਬਾਅਦ ਬਾਬਾ ਜੀ ਸ਼ਾਂਤ ਹੋਏ ਤਾਂ ਸ਼ਾਂਤ ਚਿੱਤ ਹੋ ਕੇ
ਬਾਬਾ ਮੇਹਰ ਸਿੰਘ ਜੀ ਫਿਰ ਸਮਾਧੀ ਸਥਿਤ ਹੋ ਗਏ। ਕਾਫੀ ਦੇਰ ਬਾਬਾ ਜੀ ਦੀ ਸਮਾਧੀ ਲੱਗੀ ਰਹੀ। ਸੰਗਤ ਵੀ ਉਸੇ ਤਰ੍ਹਾਂ ਇੱਕ ਰਸ ਬੈਠੀ ਰਹੀ, ਕੋਈ ਉੱਠ ਕੇ ਨਾ ਗਿਆ। ਜਦੋਂ ਬਾਬਾ ਮੇਹਰ ਸਿੰਘ ਜੀ ਸਮਾਧੀ ਤੋਂ ਉਥਾਨ ਹੋਏ, ਭਾਵ ਸਮਾਧੀ ਖੋਲੀ, ਤਾਂ ਬਾਬਾ ਜੀ ਦੇ ਨੇਤਰਾਂ ਦੀ ਲਾਲੀ, ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ। ਔਰ ਅੱਜ ਉਹਨਾਂ ਦੇ ਹਿਰਦੇ ਵਿੱਚ ਕੋਈ ਅਨੋਖੀ ਖੁਸ਼ੀ ਸੀ। ਸਾਰੀ ਸੰਗਤ ਬਾਬਾ ਜੀ ਦੇ ਅੱਜ ਇਸ ਅਨੋਖੇ ਕੌਤਕ ਵੱਲ ਵੇਖ ਕੇ ਬੜੀ ਹੈਰਾਨ ਸੀ। ਤੇ ਨਿਕਟਵਰਤੀ ਪ੍ਰੇਮੀਆਂ ਨੇ ਨੇੜੇ ਹੋ ਕੇ ਬਾਬਾ ਜੀ ਨੂੰ ਪੁੱਛਿਆ, ਬਾਬਾ ਜੀ ਅੱਜ ਬੜੇ ਖੁਸ਼ ਹੋ, ਇਹ ਖੁਸ਼ੀਆਂ ਦਾ ਕਾਰਨ ਕਿਰਪਾ ਕਰੋ ਸਾਨੂੰ ਵੀ ਦੱਸ ਦਿਓ, ਅਸੀਂ ਵੀ ਤੁਹਾਡੀ ਖੁਸ਼ੀ ਵਿੱਚ ਖੁਸ਼ ਹੋ ਲਈਏ, ਅਸੀਂ ਵੀ ਇਹਨਾਂ ਖੁਸ਼ੀਆਂ ਦੇ ਭਾਗੀ ਬਣ ਜਾਈਏ, ਸਾਨੂੰ ਵੀ ਦੱਸੋ ਜੀ ਖੁਸ਼ੀ ਦਾ ਕਾਰਨ ਕੀ ਹੋਇਆ। ਤਾਂ ਬਾਬਾ ਮੇਹਰ ਸਿੰਘ ਜੀ ਕਹਿਣ ਲੱਗੇ, ਸਾਧ ਸੰਗਤ ਜੀ, ਜੇ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਕਿਸੇ ਬਹੁਤ ਨੇੜਲੇ ਮਿੱਤਰ ਨੂੰ, ਭਰਾ ਨੂੰ ਸਰਕਾਰੇ ਦਰਬਾਰੇ ਕੋਈ ਬਖਸ਼ਿਸ਼ ਮਿਲੇ, ਕੋਈ ਤਰੱਕੀ ਹੋ ਜਵੇ, ਤਾਂ ਤੁਹਾਨੂੰ ਖੁਸ਼ੀ ਹੁੰਦੀ? ਕਿੰਨੇ ਕੁ ਖੁਸ਼ ਹੁੰਦੇ ਆ ਉਸ ਵੇਲੇ ਤੁਸੀਂ? ਸੰਗਤ ਕਹਿੰਦੀ, ਬਾਬਾ ਜੀ ਅਸੀਂ ਤਾਂ ਬਹੁਤ ਖੁਸ਼ ਹੋਈਦਾ, ਨੱਚੀ ਟੱਪੀ ਦਾ ਵੀ ਸਾਡੇ ਰਿਸ਼ਤੇਦਾਰ ਨੂੰ ਜਾਂ ਸਾਡੇ ਭਰਾ ਨੂੰ ਜਾਂ ਸਾਡੇ ਸਾਕ ਸੰਬੰਧੀ ਨੂੰ ਜਾਂ ਸਾਡੇ ਮਿੱਤਰ ਨੂੰ ਤਰੱਕੀ ਮਿਲੀ ਹੈ। ਬਾਬਾ ਜੀ ਕਹਿੰਦੇ, ਬਸ ਸਾਡੇ ਨਾਲ ਵੀ ਅੱਜ ਇਦਾਂ ਹੀ ਹੋਈ ਆ। ਬਾਬਾ ਜੀ ਤੁਸੀਂ ਦੱਸੋ ਤਾਂ ਸਹੀ। ਕਹਿੰਦੇ, ਸਾਡੀ ਖੁਸ਼ੀ ਦਾ ਕਾਰਨ ਇਹ ਆ ਕਿ ਅੱਜ ਅਕਾਲ ਪੁਰਖ ਦੀ ਦਰਗਾਹ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਨੇ ਆਪ ਮੇਰੇ ਵੀਰ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਨੂੰ ਬਖਸ਼ਿਸ਼ਾਂ ਦਾ ਭੰਡਾਰਾ ਬਖਸ਼ਿਆ ਹੈ। ਅੱਜ ਰੂਹਾਨੀਅਤ ਦੀ ਬਾਦਸ਼ਾਹੀ ਬਖਸ਼ਿਸ਼ ਕਰ ਦਿੱਤੀ ਬਾਬਾ ਜਵਾਲਾ ਸਿੰਘ ਨੂੰ ਅਕਾਲ ਪੁਰਖ ਜੀ ਨੇ। ਜਿੰਨੀ ਵੀ ਮਖਲੂਕਾਤ ਹੈ, ਦੇਵ ਦੇਵਤੇ, ਰਾਖਸ਼, ਨਰ, ਆਕਾਸ਼, ਪਤਾਲ, ਤਿੰਨਾਂ ਲੋਕਾਂ ਦੇ ਵਿੱਚ ਰਜੋਗੁਣ, ਤਮੋਗੁਣ, ਸਤੋਗੁਣ, ਜਿੰਨੀ ਵੀ ਸ੍ਰਿਸ਼ਟੀ ਵਸਦੀ ਹੈ, ਸਾਰਿਆਂ ਦੇ ਪਰਮਾਰਥ ਤੇ ਸਵਾਰਥ ਬਾਬਾ ਜਵਾਲਾ ਸਿੰਘ ਜੀ ਦੁਆਰਾ ਮਨਜ਼ੂਰ ਹੋਇਆ ਕਰਨਗੇ ਹੁਣ ਤੋਂ ਬਾਅਦ। ਅੱਗੇ ਤਾਂ ਤੁਸੀਂ ਸੰਗਤਾਂ, ਸ਼ਰਧਾਲੂ ਲੋਕ ਹੀ ਬਾਬਾ ਜਵਾਲਾ ਸਿੰਘ ਜੀ ਨੂੰ ਮਹਾਰਾਜ ਕਹਿੰਦੇ ਸੀ, ਪਰ ਅੱਜ ਸ੍ਰੀ ਅਕਾਲ ਪੁਰਖ ਵਾਹਿਗੁਰੂ ਨੇ ਬਾਬਾ ਜਵਾਲਾ ਸਿੰਘ ਨੂੰ ਮਹਾਰਾਜ ਦੀ ਪਦਵੀ ਬਖਸ਼ ਦਿੱਤੀ ਹੈ। ਅੱਜ ਬਾਬਾ ਜਵਾਲਾ ਸਿੰਘ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਹਾਰਾਜ ਕਹਿ ਕੇ ਬੁਲਾਇਆ ਹੈ। ਅੱਜ ਤੋਂ ਇਹਨਾਂ ਨੂੰ ਮਹਾਰਾਜ ਬਣਾ ਦਿੱਤਾ ਹੈ। ਇਸ ਵਾਸਤੇ ਜਿਤਨੇ ਵੀ ਦੀਵਾਨੇ, ਮਸਤਾਨੇ, ਸਾਧੂ, ਪਰਮਾਰਥ ਤੇ ਚੱਲਣ ਵਾਲੇ ਸਾਧੂ ਬਾਬਾ ਜਵਾਲਾ ਸਿੰਘ ਮਹਾਰਾਜ ਦਾ ਬਹੁਤ ਸਤਿਕਾਰ ਕਰਦੇ ਸੀ। ਬਾਬਾ ਮੇਹਰ ਸਿੰਘ ਜੀ ਨੇ ਜੋ ਵੀ ਆਪਣੀ ਦਿਵ ਦ੍ਰਿਸ਼ਟੀ ਨਾਲ ਇਹ ਦ੍ਰਿਸ਼ਟਾਂਤ ਦੇਖਿਆ ਸੀ, ਉਹ ਸਾਰਾ ਦ੍ਰਿਸ਼ਟਾਂਤ ਭਰੀ ਸੰਗਤ ਦੇ ਵਿੱਚ ਕਹਿ ਕੇ ਸੰਗਤ ਨੂੰ ਨਿਹਾਲ ਕੀਤਾ ਤੇ ਸਾਰੀ ਸੰਗਤ ਦੀ ਸ਼ਰਧਾ ਅੱਗੇ ਨਾਲੋਂ ਵੀ ਕਈ ਗੁਣਾ ਵੱਧ ਗਈ। 1925 ਦਾ ਸਮਾਂ ਸੀ। ਇੱਕ ਦਿਨ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਤੋਂ ਸੌਚ ਇਸ਼ਨਾਨ ਕੀਤਾ, ਆਪਣੇ ਆਸਣ ਤੇ ਬੈਠ ਕੇ ਜਪਜੀ ਸਾਹਿਬ ਦੇ ਪਾਠ ਕੀਤੇ। ਇਸ ਤੋਂ ਉਪਰੰਤ ਸਤਚਿਤ ਆਨੰਦ ਸਮਾਧੀ ਵਿੱਚ ਸਥਿਤ ਹੋ ਗਏ। ਜਦੋਂ ਸੂਰਜ ਦੀਆਂ ਕਿਰਨਾਂ ਸੰਸਾਰ ਵਿੱਚ ਪ੍ਰਗਟ ਹੋਈਆਂ, ਰੋਸ਼ਨਾਈ ਹੋਈ, ਸੰਤਾਂ ਦੇ ਨੇਤਰ ਵੀ ਸਮਾਧੀ ਤੋਂ ਉਥਾਨ ਹੋ ਕੇ ਕਮਲ ਵਾਂਗੂ ਖਿੜੇ। ਹੁਣ ਹਜੂਰ ਆਪਣੇ ਆਸਣ ਤੋਂ ਉੱਠੇ, ਜੋੜਾ ਪਾਇਆ, ਗੜਵਾ ਆਪਣਾ ਪਾਣੀ ਦਾ ਭਰਿਆ ਚੱਕਿਆ, ਦੂਸਰੇ ਹੱਥ ਵਿੱਚ ਆਪਣਾ ਬਾਂਸ ਵਾਲਾ ਖੂੰਡਾ ਫੜ ਲਿਆ, ਚੱਲ ਪਏ। ਜਦੋਂ ਸੰਤ ਮਹਾਰਾਜ ਸਮਾਧੀ 'ਚ ਬੈਠੇ ਸੀ ਤਾਂ ਹਰਖਵਾਲ ਨਗਰ ਦੇ ਦੋ ਪ੍ਰੇਮੀ ਦਰਸ਼ਨ ਕਰਨ ਵਾਸਤੇ ਸੰਤਾਂ ਦੇ ਕੋਲ ਬੈਠੇ ਸੀ ਆ ਕੇ। ਜਦੋਂ ਇਹਨਾਂ ਦੋਨਾਂ ਨੇ ਸੰਤਾਂ ਨੂੰ ਸ਼ਰਧਾ ਪ੍ਰੇਮ ਸਹਿਤ ਮੱਥਾ ਟੇਕਿਆ, ਸੰਤ ਮਹਾਰਾਜ ਜਦੋਂ ਉੱਠ ਕੇ ਚੱਲਣ ਲੱਗੇ ਤਾਂ ਇਹਨਾਂ ਨੇ ਬੇਨਤੀ ਕਰਕੇ ਪੁੱਛਿਆ, ਗਰੀਬ ਨਵਾਜ, ਅੱਜ ਸਵੇਰੇ ਸਵੇਰੇ ਚੱਲਣ ਦੀ ਤਿਆਰੀ ਕਰ ਲਈ, ਕਿਹੜੇ ਪਾਸੇ ਚੱਲੇ ਮਹਾਰਾਜ ਜੀ? ਤਾਂ ਬੇਸ਼ੱਕ ਸੰਤ ਆਪਣੀ ਮੌਜ ਦੇ ਨਾਲ ਨਾਮ ਹੀ ਦੱਸਦੇ,
ਪਰ ਮਹਾਂਪੁਰਖਾਂ ਨੇ ਪਰਦਾ ਨਹੀਂ ਰੱਖਿਆ। ਕਹਿੰਦੇ ਅਸੀਂ ਪ੍ਰੇਮੀਓ ਉਪਰਾਮ ਹੋ ਕੇ ਹਰਖੋਵਾਲ ਤੋਂ ਚੱਲੇ ਆਂ। ਉਪਰਾਮ ਭਾਵ ਉਦਾਸ ਹੋ ਕੇ। ਇਹਨਾਂ ਸੱਜਣਾਂ ਨੇ ਪੁੱਛਿਆ ਹਜੂਰ ਜਾਣਾ ਕਿੱਥੇ? ਤਾਂ ਵੀ ਸੰਤਾਂ ਨੇ ਪਰਦਾ ਨਹੀਂ ਰੱਖਿਆ। ਕਹਿੰਦੇ ਬਿਹਾਲੇ ਜਾਵਾਂਗੇ। ਸੰਤ ਬਿਹਾਲੇ ਵੱਲ ਨੂੰ ਚੱਲ ਪਏ। ਇਹ ਦੋਨੋਂ ਪ੍ਰੇਮੀ ਸੰਤਾਂ ਨੂੰ ਰੋਕ ਤਾਂ ਨਾ ਸਕੇ, ਪਰ ਦੋਨਾਂ ਨੇ ਬੜੀ ਅਕਲ ਕੀਤੀ। ਆ ਕੇ ਸਾਰਾ ਪਿੰਡ ਇਕੱਠਾ ਕਰ ਲਿਆ। ਸਾਰੇ ਪਿੰਡ ਦੀ ਸੰਗਤ ਨੂੰ ਇਹ ਗੱਲ ਖੋਲ ਕੇ ਦੱਸੀ ਵੀ ਸੰਤ ਮਹਾਰਾਜ ਅੱਜ ਇੱਥੋਂ ਉਦਾਸ ਹੋ ਕੇ ਚਲੇ ਗਏ, ਪਰ ਅੱਜ ਬਿਹਾਲੇ ਜਾਣਾ। ਉੱਥੋਂ ਗਾਹਾਂ ਉਹਨਾਂ ਨੇ ਕਿੱਥੇ ਜਾਣਾ ਸਾਨੂੰ ਨਹੀਂ ਪਤਾ, ਪਰ ਅੱਜ ਦਾ ਦਿਨ ਬਿਹਾਲੇ ਹੋਣਗੇ ਸਾਨੂੰ ਦੱਸ ਕੇ ਗਏ ਆ। ਸਾਰੀ ਸੰਗਤ ਨੇ ਪਿੰਡ ਦੇ ਗੁਰਦੁਆਰੇ ਬੈਠ ਕੇ ਸਲਾਹ ਮਸ਼ਵਰਾ ਕੀਤਾ। ਇਹ ਤਾਂ ਬਹੁਤ ਸਾਡੇ ਲਈ ਮਾੜੀ ਗੱਲ ਹੋਈ। ਮਹਾਰਾਜ ਹਰਖਵਾਲ ਨੂੰ ਛੱਡ ਕੇ ਚਲੇ ਗਏ। ਸਾਥੋਂ ਜ਼ਰੂਰ ਕੋਈ ਗਲਤੀ ਹੋਈ ਹੋਣੀ ਆ, ਸਾਥੋਂ ਕੋਈ ਭੁੱਲ ਹੋਈ ਹੋਣੀ ਆ, ਪਰ ਚਲੋ ਆਪਾਂ ਸੰਤਾਂ ਨੂੰ ਮਨਾ ਕੇ ਲੈ ਕੇ ਆਈਏ। ਹੁਣ ਮਤਾ ਇਹ ਹੋਇਆ ਭਈ 10 ਬੰਦੇ ਸਿਆਣੇ ਸਿਆਣੇ ਇਕੱਠੇ ਹੋ ਕੇ ਜਾਣਗੇ ਬਿਹਾਲੇ ਤੇ ਸੰਤਾਂ ਦੀ ਮਿਹਨਤ ਤਰਲਾ ਕਰਨਗੇ ਤੇ ਮਹਾਰਾਜ ਨੂੰ ਵਾਪਸ ਲੈ ਕੇ ਆਉਣਗੇ। ਹੁਣ ਪਿੰਡ ਹਰਖੋਵਾਲ ਦੇ 10 ਮੁਖੀ ਸੱਜਣ ਸਿਆਣੇ ਬੰਦੇ ਇਕੱਠੇ ਹੋਏ ਬਿਹਾਲੇ ਵੱਲ ਨੂੰ ਚੱਲ ਪਏ। ਹੁਣ ਬਿਹਾਲੇ ਧੰਨ ਬਾਬਾ ਹੀਰਾ ਸਿੰਘ ਜੀ ਮਹਾਰਾਜ, ਵੱਡੇ ਮਹਾਨ ਤਪਸਵੀ, ਜਿਨ੍ਹਾਂ ਦੀ ਬਾਬਤ ਪਿਛਲੇ ਦੀਵਾਨਾਂ ਵਿੱਚ ਆਪ ਜੀ ਨੇ ਸੁਣਿਆ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਆਪਣੀ ਜ਼ਿੰਦਗੀ ਦਾ ਭੋਰੇ ਵਿੱਚ ਹੀ ਕੱਟਿਆ। ਬਾਬਾ ਹੀਰਾ ਸਿੰਘ ਜੀ ਮਹਾਰਾਜ ਨੇ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਕਿਹਾ ਕਰਦੇ ਸੀ, ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਾਬੇ ਬਕਾਲੇ ਦੀ ਧਰਤੀ ਤੇ ਭੋਰਾ ਕੱਟਿਆ ਸੀ, ਲੰਮਾ ਸਮਾਂ ਭੋਰੇ ਵਿੱਚ ਰਹੇ ਸੀ, ਏਦਾਂ ਅੱਜ ਦੇ ਸਮੇਂ 'ਚ ਮਹਾਰਾਜ ਦੇ ਪਿਆਰੇ ਸਿੱਖ ਬਾਬਾ ਹੀਰਾ ਸਿੰਘ ਬਿਹਾਲੇ ਵਾਲਿਆਂ ਨੇ ਭੋਰਾ ਕੱਟਿਆ। 40 ਸਾਲ ਭੋਰੇ ਵਿੱਚ ਲਾਏ। 40 ਸਾਲ ਬੜੀ ਔਖੀ ਗੱਲ ਹੈ ਜੀ। ਤੇ ਸੰਤ ਮਹਾਰਾਜ ਦਾ ਉਹਨਾਂ ਨਾਲ ਪ੍ਰੇਮ ਬੜਾ ਸੀ ਤੇ ਮਹਾਰਾਜ ਉੱਥੇ ਗਏ ਹੋਏ ਸੀ। ਤੇ ਹੁਣ ਇਹ 10 ਹੀ ਪਿੰਡ ਦੇ ਬੰਦੇ ਜਿਹੜੇ ਬਿਹਾਲੇ ਪਹੁੰਚੇ ਤਾਂ ਕੀ ਦੇਖਿਆ ਵੀ ਸੰਤ ਮਹਾਰਾਜ ਇੱਕ ਅੰਬ ਦੇ ਹੇਠਾਂ ਮੰਜਾ ਡਾਹ ਕੇ ਤੇ ਲੰਮੇ ਪਏ ਆ। ਇਹਨਾਂ ਸਾਰੇ ਸੱਜਣਾਂ ਨੇ ਜਾ ਕੇ ਮੱਥਾ ਟੇਕਿਆ। ਸੰਤ ਇਹਨਾਂ ਨੂੰ ਦੇਖ ਕੇ ਉੱਠ ਕੇ ਬੈਠ ਗਏ ਤੇ ਮਾੜਾ ਮਾੜਾ ਮੁਸਕਰਾਏ। ਇਹਨਾਂ ਨੇ ਜਾ ਕੇ ਮੱਥਾ ਟੇਕ ਕੇ ਚਰਨਾਂ 'ਚ ਬੈਠ ਕੇ ਹੱਥ ਜੋੜ ਕੇ ਸੰਤ ਲਾਂਗਰੀ ਨੂੰ ਕਹਿੰਦੇ, ਭਾਈ ਲੰਗਰ ਤਿਆਰ ਕਰੋ। ਲੰਗਰ ਤਿਆਰ ਹੋਣਾ ਸ਼ੁਰੂ ਹੋਇਆ। ਹੁਣ ਇਹਨਾਂ 10 ਸੇਵਕਾਂ ਨੇ ਮਹਾਰਾਜ ਨਾਲ ਗੱਲਬਾਤ ਸ਼ੁਰੂ ਕਰ ਲਈ। ਗਿਆਨੀ ਬਰਿਆਮ ਸਿੰਘ ਜੀ ਕਹਿਣ ਲੱਗੇ, ਮਹਾਰਾਜ ਸਾਡੇ ਪਿੰਡ ਦੇ ਕਿਸੇ ਬੰਦੇ ਤੋਂ ਆਪ ਜੀ ਦੀ ਸ਼ਾਨ ਦੇ ਖਿਲਾਫ ਕੋਈ ਬਚਨ ਕਹਿ ਹੋ ਗਿਆ, ਜਾਂ ਆਪ ਜੀ ਦੇ ਅਸਥਾਨ ਦੀ ਕੋਈ ਬੇਅਦਬੀ ਕਰ ਦਿੱਤੀ, ਜਾਂ ਆਪ ਜੀ ਦੀ ਸੇਵਾ ਦੇ ਵਿੱਚ ਸਾਡੇ ਤੋਂ ਕੋਈ ਕੁਤਾਹੀ ਹੋ ਗਈ, ਸਾਡੇ ਵੱਲੋਂ ਕੋਈ ਵੀ ਭੁੱਲ ਜਾਂ ਕੋਈ ਗੁਨਾਹ ਹੋਇਆ ਤਾਂ ਤੁਸੀਂ ਸਾਧੂ ਲੋਕ ਤਾਂ ਬਖਸ਼ਿੰਦ ਹੋ, ਸਾਡੇ ਪਿੰਡ ਨੂੰ ਸਾਡੇ ਇਲਾਕੇ ਨੂੰ ਬਖਸ਼ੋ। ਮਹਾਰਾਜ ਬੱਚੇ ਭੁੱਲਾਂ ਕਰ ਲੈਂਦੇ ਆ, ਮਾਪੇ ਬਖਸ਼ ਲੈਂਦੇ ਆ, ਤੇ ਮਹਾਰਾਜ ਤੁਸੀਂ ਏਦਾਂ ਹਰਖਵਾਲ ਨੂੰ ਛੱਡ ਕੇ ਨਾ ਜਾਓ। ਸੰਤ ਮਹਾਰਾਜ ਬੜੇ ਗੰਭੀਰ ਹੋ ਕੇ ਕਹਿੰਦੇ ਗੁਰਮੁਖੋ, ਅਸੀਂ ਹਰਖਵਾਲ ਤੁਹਾਡੇ ਸੱਦੇ ਤੇ ਨਹੀਂ ਸੀ ਆਏ, ਨਾ ਹੀ ਤੁਹਾਡੇ ਵਿੱਚੋਂ ਸਾਨੂੰ ਕੋਈ ਪ੍ਰੇਰਨਾ ਦੇ ਕੇ ਲੈ ਕੇ ਆਇਆ ਸੀ। ਅਸੀਂ ਜਿਹਦੇ ਹੁਕਮ ਦੇ ਨਾਲ ਉੱਥੇ ਆਏ ਸੀ, ਉਹਦੇ ਹੁਕਮ ਦੇ ਨਾਲ ਹੀ ਹੁਣ ਉੱਥੋਂ ਤੁਰੇ ਆ। ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੀ ਉੱਥੇ ਲਿਆਇਆ ਸੀ, ਤੇ ਹੁਣ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੀ ਹੋਇਆ ਵੀ ਅਸੀਂ ਉੱਥੇ ਇੱਕ ਜਗ੍ਹਾ ਬੈਠ ਕੇ ਆਪਣਾ ਜੀਵਨ ਬਤੀਤ ਨਹੀਂ ਕਰਨਾ। ਕਲਯੁਗੀ ਜੀਵਾਂ ਨੂੰ ਗੁਰੂ ਨਾਨਕ ਮਹਾਰਾਜ ਦੀ ਸਿੱਖੀ, ਗੁਰੂ ਨਾਨਕ ਮਹਾਰਾਜ ਦੀਆਂ ਸਿੱਖਿਆਵਾਂ ਦ੍ਰਿੜ ਕਰਾਉਣ ਵਾਸਤੇ ਹੁਣ ਵਿਚਰਨਾ ਹੈ। ਹੁਣ ਅਸੀਂ ਉੱਥੇ ਬੈਠਣਾ ਨਹੀਂ ਹੈ।
ਵਿਚਰ ਕੇ ਬਾਣੀ ਦਾ ਪ੍ਰਚਾਰ ਕਰਨਾ ਹੈ। ਕਲਯੁਗ ਦੀ ਭਿਆਨਕ ਕਿਰਿਆ ਸੰਸਾਰ ਦੇ ਵਿੱਚ ਪ੍ਰਬਲ ਹੋ ਰਹੀ ਹੈ। ਦਿਨੋਂ ਦਿਨ ਹਾਲਾਤ ਵਿਗੜਦੇ ਜਾ ਰਹੇ ਨੇ ਤੇ ਅਕਾਲ ਪੁਰਖ ਵੱਲੋਂ ਸਾਡੀ ਜ਼ਿੰਮੇਵਾਰੀ ਲੱਗੀ ਹੈ, ਡਿਊਟੀ ਲੱਗੀ ਹੈ ਕਿ ਅਸੀਂ ਸਾਰੇ ਪਾਸੇ ਜਾ ਕੇ ਬਾਬੇ ਨਾਨਕ ਦੀ ਬਾਣੀ ਦਾ ਪ੍ਰਚਾਰ ਕਰੀਏ। ਤੇ ਇਹਨਾਂ ਨੇ ਬੜਾ ਵਿਰਾਗ ਕੀਤਾ, ਕਹਿੰਦੇ ਮਹਾਰਾਜ ਤੁਸੀਂ ਜੀ ਸਦਕੇ ਜਿੱਥੇ ਵੀ ਜਾਣਾ ਪ੍ਰਚਾਰ ਵਾਸਤੇ ਮਹਾਰਾਜ ਜਾਓ, ਪਰ ਹਰਖਵਾਲ ਨੂੰ ਛੱਡ ਕੇ ਤਾਂ ਨਾ ਜਾਓ। ਇਹ ਦੁੱਖ ਅਸੀਂ ਕਿਸ ਤਰ੍ਹਾਂ ਚੱਲਾਂਗੇ? ਸਾਡਾ ਸਾਰਾ ਇਲਾਕਾ ਮਹਾਰਾਜ ਸਾਡੇ ਲਈ ਤੇ ਬਹੁਤ ਘਾਟੇ ਵਾਲੀ ਗੱਲ ਹੋ ਜਾਏਗੀ। ਮਹਾਂਪੁਰਸ਼ ਕਹਿੰਦੇ ਪ੍ਰੇਮੀਓ, ਤੁਹਾਡਾ ਪ੍ਰੇਮ ਗੁਰੂ ਨਾਨਕ ਦੇ ਘਰ ਪ੍ਰਵਾਨ, ਅਸੀਂ ਡੇਰਾ ਛੱਡ ਕੇ ਪੱਕੇ ਤੌਰ ਤੇ ਨਹੀਂ ਜਾ ਰਹੇ। ਅਸੀਂ ਆਵਾਂਗੇ, ਡੇਰਾ ਸਾਡੀ ਨਿਗਰਾਨੀ ਵਿੱਚ ਹੀ ਚੱਲੇਗਾ। 20 ਦਿਨਾਂ ਬਾਅਦ, ਮਹੀਨੇ ਬਾਅਦ, 2-4 ਮਹੀਨੇ, ਜਿੰਨਾ ਵੀ ਸਮਾਂ ਸਾਨੂੰ ਲੱਗਿਆ ਕਰੇਗਾ, ਅਸੀਂ ਲਾ ਕੇ ਫਿਰ ਥੋੜੇ ਦਿਨਾਂ ਦੇ ਡੇਰੇ ਆ ਜਾਇਆ ਕਰਾਂਗੇ। ਸਾਨੂੰ ਉੱਥੇ ਕੁਝ ਨੁਕਸ ਲੱਗੇਗਾ ਤਾਂ ਨੁਕਸ ਕੱਢ ਜਾਇਆ ਕਰਾਂਗੇ। ਕਿਸੇ ਚੀਜ਼ ਦੀ ਕਮੀ ਦੇਖਾਂਗੇ, ਉਹ ਕਮੀ ਪੂਰੀ ਕਰ ਜਾਇਆ ਕਰਾਂਗੇ। ਡੇਰੇ ਰਹਿਣ ਵਾਲੇ ਜਿੰਨੇ ਜਗਿਆਸੂ ਪਰਮਾਰਥ ਦੀ ਦੇਖਭਾਲ ਉਹਨਾਂ ਦੀ ਅਸੀਂ ਆਪ ਕਰਾਂਗੇ। ਜਗਿਆਸੂਆਂ ਦੇ ਪਰਮਾਰਥ ਦੇ ਵਿੱਚ, ਰੂਹਾਨੀਅਤ ਦੇ ਮਾਰਗ ਦੇ ਵਿੱਚ ਜੇ ਕੋਈ ਰੁਕਾਵਟ ਹੋਵੇ, ਕੋਈ ਸੰਸਾ ਆਵੇ, ਉਹ ਦੂਰ ਕਰਿਆ ਕਰਾਂਗੇ। ਇਹਨਾਂ ਨੇ ਹੁਣ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਬਈ ਤੁਸੀਂ ਡੇਰੇ ਆਇਆ ਕਰੋਗੇ, ਪਰ ਮਹਾਰਾਜ ਇੱਕ ਸਾਡੀ ਹੋਰ ਬੇਨਤੀ ਹੈ ਵੀ ਸਾਡੇ ਤੋਂ ਕੋਈ ਗਲਤੀ ਤਾਂ ਨਹੀਂ ਹੋਈ। ਅਸੀਂ ਕੋਈ ਆਪ ਜੀ ਦੇ ਸ਼ਾਨ ਦੇ ਖਿਲਾਫ ਸਾਡੇ ਵਿੱਚੋਂ ਜਾਂ ਸਾਡੇ ਇਲਾਕੇ ਵਿੱਚੋਂ, ਸਾਡੇ ਪਿੰਡ ਵਿੱਚੋਂ ਕਿਸੇ ਨੇ ਕੋਈ ਮਾੜਾ ਚੰਗਾ ਬਚਨ ਤਾਂ ਨਹੀਂ ਕਿਹਾ? ਤਾਂ ਸੰਤ ਮਹਾਰਾਜ ਪ੍ਰਸੰਨ ਹੋ ਕੇ ਕਹਿੰਦੇ ਤੁਹਾਡੇ ਪਿੰਡ ਦਾ ਕੋਈ ਕਸੂਰ ਨਹੀਂ ਹੈ। ਤੁਸੀਂ ਸਾਨੂੰ ਕੋਈ ਮਾੜਾ ਲਫ਼ਜ਼ ਨਹੀਂ ਕਿਹਾ, ਨਾ ਅਸੀਂ ਤੁਹਾਡੇ ਨਾਲ ਨਾਰਾਜ਼ ਹੋ ਕੇ ਜਾ ਰਹੇ ਹਾਂ। ਇਹ ਤਾਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਸਾਨੂੰ ਉੱਥੋਂ ਆਉਣਾ ਪਿਆ ਤੇ ਸਾਨੂੰ ਹੁਣ ਵਿਚਰ ਕੇ ਪ੍ਰਚਾਰ ਕਰਨ ਦਾ ਹੁਕਮ ਲੱਗਿਆ ਹੈ ਤੇ ਅਕਾਲ ਪੁਰਖ ਦਾ ਹੁਕਮ ਹੈ ਤੇ ਜਿਹੜਾ ਅਸੀਂ ਤੁਹਾਨੂੰ ਖੋਲ ਕੇ ਦੱਸ ਦਿੱਤਾ ਹੈ। ਤੁਸੀਂ ਹੋਰ ਕਿਸੇ ਕਿਸਮ ਦੀ ਸ਼ੰਕਾ ਨਾ ਕਰੋ, ਚਿੰਤਾ ਨਾ ਕਰੋ। ਅਸੀਂ ਤੁਹਾਡੇ ਤੋਂ ਸਦਾ ਵਾਸਤੇ ਦੂਰ ਨਹੀਂ ਜਾ ਰਹੇ, ਅਸੀਂ ਤੁਹਾਡੇ ਕੋਲ ਆ ਜਾਇਆ ਕਰਾਂਗੇ। ਇੰਨੇ ਸਮੇਂ ਨੂੰ ਲੰਗਰ ਤਿਆਰ ਹੋ ਗਿਆ ਤੇ ਲਾਂਗਰੀ ਨੇ ਬੇਨਤੀ ਕੀਤੀ, ਮਹਾਰਾਜ ਪ੍ਰਸ਼ਾਦਾ ਤਿਆਰ ਹੈ, ਕਿਰਪਾ ਕਰੋ ਇਹਨਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਈਏ। ਤੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਨੇ ਕਿਹਾ, ਜਾਓ ਭਾਈ ਤੁਸੀਂ ਪ੍ਰਸ਼ਾਦਾ ਛਕ ਕੇ ਆਓ। ਇਹਨਾਂ ਨੇ ਭੋਜਨ ਛਕਿਆ। ਸੰਤਾਂ ਨੇ ਹੁਣ ਇਹਨਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਣ ਤੋਂ ਬਾਅਦ ਹੁਕਮ ਕੀਤਾ, ਕਹਿੰਦੇ ਬੜਾ ਲੰਮਾ ਸਫ਼ਰ ਤੈਅ ਕਰਕੇ ਆਏ ਹੋ ਤੁਸੀਂ, ਹੁਣ ਤੁਸੀਂ ਆਰਾਮ ਕਰੋ। ਸੰਤ ਮਹਾਰਾਜ ਆਪ ਵੀ ਪਲੰਗ ਦੇ ਉੱਤੇ ਅੰਬ ਦੀ ਛਾਵੇਂ ਬਿਰਾਜ ਗਏ। ਇਹਨਾਂ ਵਿੱਚੋਂ ਗਿਆਨੀ ਵਰਿਆਮ ਸਿੰਘ ਸੀ ਜੋ ਮਹਾਂਪੁਰਖਾਂ ਨਾਲ ਬਹੁਤ ਪ੍ਰੇਮ ਕਰਦਾ ਸੀ। ਇਹ ਸੰਤਾਂ ਦੇ ਚਰਨਾਂ ਵਾਲੇ ਪਾਸੇ ਪੁੰਜੇ ਬੈਠ ਗਿਆ ਤੇ ਬਾਕੀ ਸਾਰੇ ਆਰਾਮ ਕਰਨ ਲੱਗ ਪਏ। ਗਿਆਨੀ ਜੀ ਨੂੰ ਜਦੋਂ 10 ਮਿੰਟ ਬੈਠਿਆਂ ਨੂੰ ਹੋਏ, ਮਹਾਂਪੁਰਸ਼ ਉੱਤੇ ਚਾਦਰਾ ਲੈ ਕੇ ਲੰਮੇ ਪਏ ਸੀ। ਮਹਾਰਾਜ ਜੀਆਂ ਦੇ ਚਰਨ ਜਿਹੜੇ ਚਾਦਰੇ ਤੋਂ ਬਾਹਰ ਸੀ ਤੇ ਗਿਆਨੀ ਜੀ ਚਰਨਾਂ ਵਾਲੇ ਪਾਸੇ ਬੈਠੇ ਸੀ, ਗਿਆਨੀ ਵਰਿਆਮ ਸਿੰਘ ਜੀ। ਤਾਂ ਜਦ ਉਹਦੀ ਨਿਗਾਹ ਸੰਤਾਂ ਦੇ ਸੱਜੇ ਚਰਨ ਤੇ ਪਈ ਤਾਂ ਚਰਨਾਂ ਦੀਆਂ ਰੇਖਾਵਾਂ ਤੱਕ ਕੇ ਬੜਾ ਹੈਰਾਨ ਹੋਇਆ, ਕਿਉਂਕਿ ਗਿਆਨੀ ਵਰਿਆਮ ਸਿੰਘ ਜੀ ਕੁਝ ਜੋਤਿਸ਼ ਵਿਦਿਆ ਦੀ ਜਾਣਕਾਰੀ ਵੀ ਰੱਖਦੇ ਸੀ। ਹੁਣ ਗਿਆਨੀ ਜੀ ਉੱਠ ਕੇ ਸੰਤਾਂ ਦੇ ਚਰਨਾਂ ਦੇ ਬਿਲਕੁਲ ਨੇੜੇ ਆ ਗਿਆ। ਨੇੜੇ ਆ ਕੇ ਆਪਣੀ ਜੋਤਿਸ਼ ਦੇ ਤਜਰਬੇ ਅਨੁਸਾਰ ਠੀਕ ਨਿਸ਼ਚਾ ਕਰ ਲਿਆ ਕਿ ਸੰਤ ਮਹਾਰਾਜ ਦੇ ਸੱਜੇ ਚਰਨ ਦੇ ਵਿੱਚ ਪਦਮ ਰੇਖਾ ਹੈ। ਤੇ ਗਿਆਨੀ ਜੀ ਨੇ ਇੱਕਦਮ ਆਪਣਾ ਸੀਸ ਸੰਤ ਮਹਾਰਾਜ ਦੇ ਚਰਨਾਂ ਤੇ ਰੱਖਤਾ, ਆਪਣੇ ਆਪ ਨੂੰ ਵਡਭਾਗੀ ਸਮਝਿਆ। ਬੜੇ ਸ਼ਰਧਾ ਸਿਦਕ ਪ੍ਰੇਮ ਦੇ ਨਾਲ ਮਹਾਂਪੁਰਖਾਂ ਦੇ ਚਰਨਾਂ ਨੂੰ ਚੁੰਮਿਆ। ਗਿਆਨੀ ਵਰਿਆਮ ਸਿੰਘ ਜੀ ਦੱਸਿਆ ਕਰਦੇ ਸੀ ਵੀ ਜਦੋਂ ਦਾਸ ਨੇ
ਮਹਾਂਪੁਰਖਾਂ ਦੇ ਚਰਨਾਂ ਨੂੰ ਚੁੰਮਿਆ ਸੀ ਤਾਂ ਐਸੀ ਖੇਡ ਵਰਤੀ ਸੀ ਇੱਕਦਮ ਵੀ ਬਿਰਤੀ ਹੋਰ ਹੀ ਹੋ ਗਈ ਸੀ। ਸਾਰੀ ਜ਼ਿੰਦਗੀ ਸਿਮਰਨ ਕੀਤਾ ਪਰ ਉਹ ਆਨੰਦ ਮੁੜ ਕੇ ਕਦੇ ਨਹੀਂ ਆਇਆ ਜਿਹੜਾ ਆਨੰਦ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ ਨੂੰ ਚੁੰਮ ਕੇ ਆਇਆ ਸੀ। ਇੰਨੀ ਇਕਾਗਰਤਾ ਬਣ ਗਈ ਇੱਕਦਮ, ਆਪਣੀ ਹੋਂਦ ਭੁੱਲ ਗਈ ਸੀ। ਕਹਿੰਦੇ ਗਿਆਨੀ ਵਰਿਆਮ ਸਿੰਘ ਜੀ ਜਦੋਂ ਉਹਨੇ ਮਹਾਂਪੁਰਖਾਂ ਦਾ ਚਰਨ ਚੁੰਮਿਆ ਤਾਂ ਸੰਤ ਮਹਾਰਾਜ ਉੱਠ ਕੇ ਬੈਠ ਗਏ। ਗਿਆਨੀ ਜੀ ਕਹਿਣ ਲੱਗੇ, ਮਹਾਰਾਜ ਜੀ ਅਸੀਂ ਤੇ ਬਾਕੀ ਸਾਰੇ ਸਾਡੇ ਨਾਲ ਦੇ ਅਸੀਂ ਤਾਂ ਭੁੱਲੇ ਹੀ ਰਹੇ। ਅਸੀਂ ਸਾਰੇ ਲੋਕ ਆਪ ਜੀ ਨੂੰ ਆਮ ਸੰਤਾਂ ਵਾਂਗੂ ਹੀ ਸੰਤ ਸਮਝਦੇ ਰਹੇ, ਪਰ ਮਹਾਰਾਜ ਤੁਹਾਡੇ ਤਾਂ ਚਰਨਾਂ ਦੇ ਵਿੱਚ ਪਦਮ ਹੈ। ਮੈਂ ਤਾਂ ਹੈਰਾਨ ਹੋ ਗਿਆ ਦੇਖ ਕੇ, ਤੇ ਨਿਸ਼ਚਾ ਆ ਗਿਆ ਮੈਨੂੰ ਕਿ ਆਪ ਜੀ ਅਕਾਲ ਪੁਰਖ ਨਿਰੰਕਾਰ ਗੁਰੂ ਨਾਨਕ ਮਹਾਰਾਜ ਦੇ ਭੇਜੇ ਹੋਏ ਸੰਤ ਰੂਪ ਅਵਤਾਰ ਹੋ। ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਤੁਸੀਂ ਆਏ ਹੋ। ਸੰਤ ਜੀ ਮਹਾਰਾਜ ਨੇ ਗਿਆਨੀ ਜੀ ਨੂੰ ਪੁੱਛਿਆ ਵੀ ਤੁਹਾਨੂੰ ਜੋਤਿਸ਼ ਵਿਦਿਆ ਆਉਂਦੀ ਹੈ? ਗਿਆਨੀ ਜੀ ਕਹਿਣ ਲੱਗੇ, ਕਹਿੰਦੇ ਹਜੂਰ ਦਾਸ ਨੇ ਰਾਵਲਪਿੰਡੀ ਰਹਿੰਦਿਆਂ ਜਦੋਂ ਲੱਕੜੀ ਦਾ ਕੰਮ ਸਿੱਖਿਆ ਸੀ ਤਾਂ ਉੱਥੇ ਕੋਈ ਜੋਤਸ਼ੀ ਹੁੰਦਾ ਸੀ ਤੇ ਉਸ ਕਸ਼ਮੀਰੀ ਜੋਤਸ਼ੀ ਨੇ ਦਾਸ ਨੂੰ ਇਹ ਵਿਦਿਆ ਸਿਖਾਈ ਸੀ। ਮਹਾਰਾਜੀਆਂ ਨੇ ਫਿਰ ਪੁੱਛਣਾ ਕੀਤਾ ਵੀ ਇਹ ਜਿਹੜਾ ਤੂੰ ਪਦਮ ਕਹਿੰਦਾ ਇਹਦਾ ਕੀ ਭਾਵ ਹੈ? ਉਹ ਕਹਿਣ ਲੱਗਿਆ, ਜੀ ਮਹਾਰਾਜ ਅੱਡੀ ਤੋਂ ਲੈ ਕੇ ਅੰਗੂਠੇ ਦੇ ਸਿਰੇ ਤੱਕ ਡੂੰਗੀ ਤੇ ਚੌੜੀ ਸਿੱਧੀ ਰੇਖਾ ਹੁੰਦੀ ਹੈ। ਸੱਜੇ ਖੱਬੇ ਦੀਆਂ ਰੇਖਾਵਾਂ ਉਹਨੂੰ ਕੱਟਦੀਆਂ ਨਹੀਂ, ਹਨੇਰੇ ਵਿੱਚ ਉਹ ਰੇਖਾ ਚਮਕਦੀ ਹੈ। ਜਿਸ ਮਹਾਂਪੁਰਸ਼ ਦੇ ਇਹ ਰੇਖਾ ਹੋਵੇ ਉਹ ਬਹੁਤ ਮਹਾਨ ਮਹਾਂਪੁਰਸ਼ ਹੁੰਦੇ ਨੇ। ਉਹਦੇ ਅੰਦਰ ਕਦੇ ਵਿਕਾਰ ਨਹੀਂ ਫੁਰਦਾ। ਸ਼੍ਰੋਮਣੀ ਜਤੀ ਹੁੰਦਾ ਹੈ ਐਸਾ ਸਾਧੂ ਜਿਹਦੇ ਚਰਨ ਦੇ ਵਿੱਚ ਇਹ ਪਦਮ ਰੇਖਾ ਹੋਵੇ। ਤੇ ਮਹਾਰਾਜ ਇਹ ਰੇਖਾ ਆਪ ਜੀ ਦੇ ਚਰਨ ਦੇ ਵਿੱਚ ਦਾਸ ਨੇ ਦੇਖੀ ਹੈ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਕਹਿੰਦੇ, ਗਿਆਨੀ ਵਰਿਆਮ ਸਿੰਘ ਸਾਡੇ ਨਾਲ ਇੱਕ ਵਾਅਦਾ ਕਰ। ਕਿ ਮਹਾਰਾਜ ਕੀ? ਕਹਿੰਦੇ ਤੂੰ ਕਿਸੇ ਕੋਲ ਵੀ ਸਾਡਾ ਸਰੀਰ ਰਹਿੰਦਿਆਂ ਤੇ ਇਸ ਪਦਮ ਦੇ ਬਾਰੇ ਕੋਈ ਗੱਲ ਨਹੀਂ ਕਰੇਗਾ, ਕਿਸੇ ਨੂੰ ਇਹ ਭੇਤ ਦੱਸੇਗਾ ਨਹੀਂ। ਜਿੰਨਾ ਚਿਰ ਸਾਡਾ ਸਰੀਰ ਹੈ ਉਨਾ ਚਿਰ ਤੂੰ ਕਿਸੇ ਕੋਲੇ ਭੇਦ ਖੋਲਣਾ ਨਹੀਂ। ਜੇ ਕਿਸੇ ਕੋਲ ਤੈਂ ਦੱਸਿਆ ਤਾਂ ਅਸੀਂ ਤੇਰੇ ਨਾਲ ਨਾਰਾਜ਼ ਹੋ ਜਾਵਾਂਗੇ। ਤੁਹਾਡੇ ਨਾਲ ਸਾਡਾ ਕੋਈ ਵਰਤ ਵਿਹਾਰ ਨਹੀਂ ਰਹੇਗਾ। ਵਰਿਆਮ ਸਿੰਘ ਜੀ ਨੇ ਮਹਾਰਾਜ ਜੀਆਂ ਦਾ ਬਚਨ ਸੁਣ ਕੇ ਬੇਨਤੀ ਕਰੀ, ਮਹਾਰਾਜ ਆਪ ਜੀ ਕਿਰਪਾ ਰੱਖਿਓ, ਇਹ ਗੱਲ ਗੁਪਤ ਰੱਖਣ ਵਾਲੀ ਹੈ ਤਾਂ ਨਹੀਂ। ਐਸਾ ਵੱਡਾ ਮਹਾਨ ਗੁਣ ਆਪ ਜੀ ਦਾ ਚਿੱਤ ਦਾ ਕਰਦਾ ਸਾਰਿਆਂ ਨੂੰ ਦੱਸਾਂ, ਪਰ ਜੇ ਹੁਣ ਤੁਸੀਂ ਐਡਾ ਵੱਡਾ ਬਚਨ ਕਰ ਦਿੱਤਾ ਤੇ ਹਜੂਰ ਮੈਂ ਕਦੇ ਵਾਸਤੇ ਵੀ ਤੁਹਾਡੇ ਇਸ ਬਚਨ ਨੂੰ ਕਿਸੇ ਨੂੰ ਨਹੀਂ ਦੱਸਾਂਗਾ। ਤੇ ਸੰਤ ਮਹਾਰਾਜ ਨੇ ਹੁਣ ਅੱਗੇ ਬਚਨ ਸੁਣਾਇਆ। ਕਹਿੰਦੇ ਗਿਆਨੀ ਜੀ ਇਸੇ ਤਰ੍ਹਾਂ ਅਸੀਂ ਇੱਕ ਵਾਰੀ ਹਜੂਰ ਸਾਹਿਬ ਗਏ ਹੋਏ ਸੀ। ਉੱਥੇ ਅਸੀਂ ਲੰਮੇ ਪਏ ਸੀ ਤਾਂ ਇੱਕ ਸਾਧੂ ਨੇ ਕਹਿੰਦੇ ਸਾਡੇ ਚਰਨਾਂ ਵਾਲੇ ਪੈਰਾਂ ਵਾਲੇ ਪਾਸੇ ਆ ਕੇ ਇੱਕਦਮ ਆ ਕੇ ਸਾਡੇ ਚਰਨ ਫੜ ਕੇ ਮੱਥਾ ਟੇਕਿਆ। ਕਹਿੰਦੇ ਅਸੀਂ ਬਹੁਤ ਰੋਕਿਆ ਸਾਧੂ ਨੂੰ ਵੀ ਸਾਨੂੰ ਮੱਥਾ ਨਾ ਟੇਕ, ਪਰ ਕਹਿੰਦੇ ਉਹ ਆਪਣਾ ਸੀਸ ਚੱਕੇ ਹੀ ਨਾ। ਨਾਲੇ ਉਹ ਕਹੀ ਜਾਵੇ ਮਹਾਰਾਜ ਮੈਂ ਤਾਂ ਤੁਹਾਡੇ ਚਰਨ ਧੋ ਕੇ ਪੀਣੇ ਚਾਹੁੰਦਾ। ਮਹਾਂਪੁਰਸ਼ਾਂ ਨੇ ਆਖਿਆ, ਉਹਨੂੰ ਕਿਹਾ ਸੀ ਵੀ ਕੀ ਗੱਲ ਵੀ ਤੇਰੇ ਮਨ 'ਚ ਕਿਉਂ ਖਿਆਲ ਆਉਂਦਾ? ਕਹਿੰਦਾ ਮਹਾਰਾਜ ਜੀ ਤੁਹਾਡੇ ਚਰਨਾਂ ਦੇ ਵਿੱਚ ਜਿਹੜੀ ਪੂਰਨ ਮਹਾਂਪੁਰਖਾਂ ਦੇ ਹੋਣ ਦੀ ਨਿਸ਼ਾਨੀ ਹੁੰਦੀ ਜਿਹੜੀ ਇਹ ਪਦਮ ਰੇਖਾ, ਇਸ ਵਾਸਤੇ ਮੇਰਾ ਚਿੱਤ ਕਰਦਾ ਵੀ ਐਸੇ ਪੂਰਨ ਮਹਾਂਪੁਰਖ ਦੇ ਮੁੜ ਕੇ ਪਤਾ ਨਹੀਂ ਦਰਸ਼ਨ ਹੋਣੇ ਕਿ ਨਹੀਂ ਹੋਣੇ। ਮੇਰਾ ਚਿੱਤ ਕਰਦਾ ਤੁਹਾਡੇ ਚਰਨਾਂ ਦਾ ਧੋ ਕੇ ਜਲ ਛਕਾਂ। ਮਹਾਰਾਜ ਕਹਿਣ ਲੱਗੇ, ਕਹਿੰਦੇ ਗਿਆਨੀ ਜੀ
ਇਹ ਸਾਰੀ ਗੱਲ ਉਸ ਸਾਧੂ ਤੋਂ ਅਸੀਂ ਸੁਣੀ ਤੇ ਸਾਧੂ ਨੂੰ ਕਿਹਾ ਵੀ ਜੇ ਸਾਡੇ ਨਾਲ ਪ੍ਰੇਮ ਰੱਖਣਾ ਤਾਂ ਸਾਡੇ ਪਦਮ ਦੇ ਬਾਬਤ ਕਿਸੇ ਨਾਲ ਗੱਲ ਨਾ ਕਰੀ। ਸੋ ਉਸ ਸਾਧੂ ਨੇ ਵੀ ਕਹਿੰਦੇ ਸਾਡਾ ਬਚਨ ਮੰਨਿਆ ਸੀ। ਕਹਿੰਦੇ ਸੋ ਤੁਸੀਂ ਵੀ ਇਹ ਸਾਡੇ ਨਾਲ ਕੀਤਾ ਹੋਇਆ ਬਚਨ ਨਿਭਾਇਓ ਤੇ ਸਾਡੇ ਸਰੀਰ ਰਹਿੰਦਿਆਂ ਤੇ ਕਿਸੇ ਨਾਲ ਵੀ ਗੱਲ ਨਾ ਕਰਿਓ। ਸੋ ਸੰਤ ਮਹਾਰਾਜ ਦਾ ਜਿੰਨਾ ਚਿਰ ਸਰੀਰ ਰਿਹਾ, ਗਿਆਨੀ ਬਰਿਆਮ ਸਿੰਘ ਜੀ ਨੇ ਇਹ ਕਿਸੇ ਨਾਲ ਵੀ ਬਚਨ ਨਹੀਂ ਕੀਤਾ। ਤੇ ਜਦੋਂ ਸੰਤ ਮਹਾਰਾਜ ਸੱਚਖੰਡ ਚਲੇ ਗਏ 1957 ਤੋਂ ਬਾਅਦ, ਜਦੋਂ ਸੰਤ ਮਹਾਰਾਜ ਦਾ ਜੀਵਨ ਲਿਖਣਾ ਸੀ ਬਾਬਾ ਜੋਧ ਸਿੰਘ ਜੀ ਨੇ, ਤਾਂ ਉਸ ਵੇਲੇ ਸਾਰੇ ਸੰਗੀਆਂ ਕੋਲੋਂ, ਸੇਵਾਦਾਰਾਂ ਕੋਲੋਂ, ਸੰਗਤਾਂ ਕੋਲੋਂ ਸੰਤ ਮਹਾਰਾਜ ਦੇ ਨਾਲ ਵਰਤੀਆਂ ਹੋਈਆਂ ਉਹਨਾਂ ਦੀਆਂ ਘਟਨਾਵਾਂ ਉਹ ਪੁੱਛ ਰਹੇ ਸੀ, ਲਿਖ ਰਹੇ ਸੀ। ਤਾਂ ਉਸ ਵੇਲੇ ਗਿਆਨੀ ਬਰਿਆਮ ਸਿੰਘ ਜੀ ਨੇ ਇਹ ਘਟਨਾ ਬਾਬਾ ਜੋਧ ਸਿੰਘ ਜੀ ਨੂੰ ਲਿਖਾਈ ਸੀ ਵੀ ਮੇਰੇ ਨਾਲ ਇਹ ਹੱਡ ਬੀਤੀ ਹੈ, ਪਰ ਸੰਤ ਮਹਾਰਾਜ ਨੇ ਬਚਨ ਕੀਤਾ ਸੀ ਵੀ ਕਿਸੇ ਨੂੰ ਦੱਸੀ ਨਾ, ਕਿਸੇ ਅੱਗੇ ਸਾਡੀ ਵਡਿਆਈ ਪ੍ਰਗਟ ਨਾ ਕਰੀ, ਕਿਸੇ ਨੂੰ ਇਹ ਦੱਸੀ ਨਾ ਵੀ ਇਹ ਪਦਮ ਰੇਖਾ ਹੈ। ਸੋ ਐਸੇ ਸਨ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ, ਮਹਾਨ ਗੁਣਾਂ ਦੇ ਭਰੇ ਹੋਏ, ਪਰ ਆਪਣਾ ਆਪ ਲੁਕੋ ਕੇ ਰੱਖਿਆ। ਅੱਗੇ ਜਾ ਕੇ ਬਚਨ ਆਉਣਗੇ। ਜਦੋਂ ਸੰਤ ਮਹਾਰਾਜ ਜੀ ਸੱਚਖੰਡ ਜਾਣਾ ਸੀ ਬਾਬਾ ਜਵਾਲਾ ਸਿੰਘ ਜੀ ਨੇ, ਤਾਂ ਉਸ ਵੇਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਦਰਸ਼ਨ ਕਰਨ ਆਏ ਸੀ ਤੇ ਬੇਨਤੀ ਕੀਤੀ ਸੀ ਜੀ ਕੋਈ ਸ਼ੁਭ ਉਪਦੇਸ਼ ਬਖਸ਼ੋ। ਤਾਂ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਜੋ ਆਪਣੀ ਸਾਰੀ ਜ਼ਿੰਦਗੀ ਦਾ ਤਜਰਬਾ, ਜੋ ਬਚਨ ਸਿੱਖਿਆ ਆਪ ਕਮਾਈ ਸੀ, ਉਹ ਬਚਨ ਸੰਤ ਗੁਰਬਚਨ ਸਿੰਘ ਜੀ ਦੀ ਝੋਲੀ ਪਾਇਆ ਸੀ। ਕਹਿੰਦੇ ਸੀ ਗਿਆਨੀ ਜੀ, ਮਹਾਰਾਜ ਗਿਆਨੀ ਜੀ ਕਿਆ ਕਰਦੇ ਸੀ ਸੰਤ ਗੁਰਬਚਨ ਸਿੰਘ ਜੀ ਨੂੰ? ਮਹਾਰਾਜ ਕਹਿੰਦੇ ਸੀ ਗਿਆਨੀ ਜੀ, ਦੁਨੀਆ ਭਾਵੇਂ ਤੁਹਾਨੂੰ ਸੰਤ ਕਵੇ, ਬਾਬਾ ਜੀ ਕਵੇ, ਬ੍ਰਹਮ ਗਿਆਨੀ ਕਵੇ, ਦੁਨੀਆ ਭਾਵੇਂ ਤੁਹਾਨੂੰ ਰੱਬ ਵੀ ਕਿਉਂ ਨਾ ਕਵੇ, ਪਰ ਆਪਣੇ ਆਪ ਨੂੰ ਗੁਰੂ ਨਾਨਕ ਦਾ ਸਿੱਖ ਹੀ ਸਮਝਣਾ। ਕਦੇ ਵੀ ਆਪਣੇ ਮਨ ਵਿੱਚ ਇਹ ਗੱਲ ਨਹੀਂ ਆਉਣ ਦੇਣੀ ਵੀ ਮੈਂ ਗਿਆਨੀ ਬਣ ਗਿਆ, ਮੈਂ ਸੰਤ ਬਣ ਗਿਆ, ਮੈਂ ਬਾਬਾ ਜੀ ਬਣ ਗਿਆ, ਮੈਂ ਬ੍ਰਹਮ ਗਿਆਨੀ ਬਣ ਗਿਆ, ਜਾਂ ਲੋਕੀ ਰੱਬ ਕਹਿਣ ਤੇ ਮੈਂ ਹੁਣ ਰੱਬ ਬਣ ਗਿਆ। ਇੰਨੀ ਨਿਮਰਤਾ ਸੰਤ ਮਹਾਰਾਜ ਨੇ ਸਾਰੀ ਜ਼ਿੰਦਗੀ ਕਮਾਈ ਤੇ ਸਿੱਖਿਆ ਵੀ ਇਹੀ ਦਿੱਤੀ ਸਭ ਨੂੰ, ਨੀਵੇਂ ਹੋ ਕੇ ਰਹਿਣਾ, ਨਿਮਰਤਾ ਵਿੱਚ ਰਹਿਣਾ, ਮਾਣ ਨਹੀਂ ਕਰਨਾ ਕਦੇ ਵੀ। ਸੋ ਐਸੇ ਮਹਾਂਪੁਰਸ਼ਾਂ ਦੇ ਪਵਿੱਤਰ ਜੀਵਨ ਨੂੰ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਆਪਾਂ ਵਿਚਾਰ ਰਹੇ ਹਾਂ। ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਿਓ। ਸਰਬੱਤ ਮਾਈ ਭਾਈ ਸੰਗਤਾਂ ਸਭ ਦਾ ਧੰਨਵਾਦ। ਇਸੇ ਤਰ੍ਹਾਂ ਪਿਆਰ ਦੇ ਨਾਲ ਮਹਾਂਪੁਰਸ਼ਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਜਿੰਨੇ ਦਿਨ ਹੋਰ ਮਹਾਰਾਜ ਆਪਾਂ ਨੂੰ ਬਖਸ਼ਦੇ ਨੇ, ਸਰਵਣ ਕਰਦੇ ਰਹਿਣਾ ਜੀ। ਬੜੀ ਵੱਡੀ ਗਿਣਤੀ ਦੇ ਵਿੱਚ ਆਪ ਜੀ ਜੁੜਦੇ ਹੋ। ਮਹਾਰਾਜ ਇਸੇ ਤਰ੍ਹਾਂ ਕਿਰਪਾ ਰੱਖਣ। ਆਓ ਜੀ, ਇਤਨੀ ਹਾਜ਼ਰੀ ਸਮਾਂ ਪ੍ਰਵਾਨ ਕਰਿਓ। ਬੋਲਦਿਆਂ ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ ਦੇਣੀ ਜੀ। ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਿਓ, ਅਰਜ਼ੋਈ ਕਰਿਓ, ਪਾਤਸ਼ਾਹ ਸੋਝੀ ਬਖਸ਼ਣ ਤੇ ਮਹਾਰਾਜ ਦੇ ਦਰ ਘਰ ਦੀ ਸਿਫਤ, ਮਹਾਰਾਜ ਦੇ ਪਿਆਰਿਆਂ ਦੀ ਸਿਫਤ ਕਰਨੀ ਆ ਜਾਵੇ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।